हाँ जी गुरु प्यारिओ, वाहिगुरु जी का खालसा वाहिगुरु जी की फतेह जी। और चढ़दी कला च होवोगे, गुरु साहब कृपा करन। आस आ के सारे चढ़दी कला च होवोगे। कैप्शन तुसीं पढ़ ली होनी है उत्ते ते आवाज़ मैनू दस्सिओ कि ठीक आ रही है आवाज़। ठीक है जी, आवाज़ चढ़दी कला। सो बेनती कर रही है तुहानू ये विचार साझे। हाँ जी बिल्कुल जी। सो बेनती ये करनी है कि वेखो जी, बड़ी सरकार दे नाल, क्योंकि जिस तरह रणजीत सिंह ढड्डरियां वाला बोलदा, वो मैनूं लगदा भी कोई सियाणे बंदे की भाषा नहीं हैगी। क्योंकि वो कहंदा वा जी अकाली खाड़े कहंदा वा इदां करदा। चलो आपां बड़े सत्कार दे नाल गल करांगे, अज सत्कार देवांगे। बेशक आस नहीं हैगी अगले बन्ने सत्कार दी, ਅਸੀਂ ਸਰਕਾਰ ਦੇਣ ਦਾ ਆਪਣਾ ਫਰਜ਼ ਸਮਝਦੇ ਹਾਂ। ਕਿਉਂਕਿ ਉਹਦਾ ਜਿਹੜੀ ਇਹ ਗੱਲ ਆ ਵੀ ਜਿਸ ਤਰ੍ਹਾਂ ਉਹ ਬੋਲਦਾ ਓਏ ਅਕਾਲੀ ਉਹ ਅਕਾਲੀ, ਇਹ ਕੋਈ ਸਿਆਣੀ ਗੱਲ ਨਹੀਂ ਹੁੰਦੀ। ਠੀਕ ਆ ਨਾ। ਅਕਾਲੀ ਦਾ ਤੈਨੂੰ ਮਤਲਬ ਹੀ ਐਕਚੁਅਲ 'ਚ ਪਤਾ ਹੋਣਾ, ਮੇਰੇ ਹਿਸਾਬ ਨਾਲ ਤੇ ਪਤਾ ਹੁੰਦਾ ਸ਼ਾਇਦ ਤੂੰ ਇਸ ਤਰ੍ਹਾਂ ਬੋਲਦਾ ਹੀ ਨਾ। ਪਰ ਚਲੋ ਰੋ ਵਿਚਾਰ। ਗੱਲ ਇਹ ਆ ਵੀ ਇੱਕ ਤਾਂ ਇਹ ਵੀ ਉਹਦੇ ਵੱਲੋਂ ਕੁਛ ਗੱਲਾਂ ਕੀਤੀਆਂ ਗਈਆਂ ਮੇਰੇ ਬਾਰੇ, ਜਦ ਕਿ ਮੈਂ ਉਹਨੂੰ ਕੁਛ ਨਹੀਂ ਸੀ ਕਿਹਾ। ਮੈਂ ਤਾਂ ਸੁਭਾਵਿਕ ਜਿਹੜੀ ਲੌਜੀਕਲੀ ਗੱਲ ਆ ਉਹ ਕੀਤੀ ਸੀਗੀ। ਜਿਹੜੀਆਂ ਗੱਲਾਂ ਉਹ ਕਰਦਾ ਉਹਨਾਂ ਗੱਲਾਂ ਦੇ ਜਵਾਬ ਦਿੱਤੇ ਸੀਗੇ। ਪਰ ਚਲੋ ਉਹਨੂੰ ਉਹ ਗੱਲਾਂ ਹਜਮ ਨਹੀਂ ਹੋਈਆਂ ਸ਼ਾਇਦ, ਇਸ ਕਰਕੇ ਰਣਜੀਤ ਸਿੰਘ ਜੀ ਤੁਸੀਂ ਕੁਛ ਗੱਲਾਂ ਕੀਤੀਆਂ ਨੇ, ਮੈਂ ਤੁਹਾਨੂੰ ਉਹਨਾਂ ਗੱਲਾਂ ਦੇ ਜਵਾਬ ਦੇਵਾਂ। ਪਹਿਲਾਂ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਡਾਂਗਾਂ ਚੱਕ ਕੇ ਤੁਰ ਪੈਂਦੇ ਨੇ ਜਾ ਕੇ ਤੇ ਡਾਂਗਾਂ ਦੇ ਨਾਲ ਮਾਫੀਆਂ ਮੰਗਾਉਂਦੇ ਨੇ। ਪਹਿਲੀ ਗੱਲ ਤਾਂ ਇਹ ਭਾਈ ਡੈਮੋਕ੍ਰੇਸੀ ਆ, ਤੂੰ ਆਪੇ ਹੀ ਕਹਿਣਾ ਵਾ ਵੀ ਡੈਮੋਕ੍ਰੇਸੀ ਆ, ਤੇ ਡੈਮੋਕ੍ਰੇਸੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਡਾਂਗਾਂ ਦੇ ਜ਼ੋਰ ਤੇ ਮਾਫੀ ਮੰਗ ਲੈਂਦਾ ਹੋਊਗਾ। ਸੁਭਾਵਿਕ ਆ ਨਾ। ਕੋਈ ਹੁਣ ਮੇਰੇ ਕੋਲ ਆਵੇ, ਹਾਂ ਤੁਸੀਂ ਆ ਜਾਓ, ਚਾਰ ਬੰਦੇ ਇਕੱਠੇ ਹੋ ਗਏ ਤੇ ਮੈਨੂੰ ਕਹੋ ਡਾਂਗ ਲਿਆ ਕੇ ਵੀ ਗੱਲ ਹੀ ਇਸ ਗੱਲ ਦੀ ਮਾਫੀ ਮੰਗ। ਜਿਹੜੀ ਮੈਂ ਗਲਤੀ ਕੀਤੀ ਨਾ ਹੋਊਗੀ, ਮੈਂ ਉਹਦੀ ਮਾਫੀ ਕਿੱਦਾਂ ਮੰਗ ਲੂੰਗਾ ਬਈ? ਇਹਦਾ ਮਤਲਬ ਮੈਂ ਮਾਫੀ ਮੰਗੂਗਾ ਜੇ ਮੈਂ ਕੁਛ ਗਲਤੀ ਕੀਤੀ ਹੋਊਗੀ। ਤੇ ਬਿਨਾਂ ਗਲਤੀ ਦੀ ਮਾਫੀ ਕਿਉਂ ਮੰਗੂਗਾ? ਮੈਂ ਬਿਲਕੁਲ ਨਹੀਂ ਮੰਗੂਗਾ। ਨਾ ਕਿ ਜੀ ਜ਼ਰੂਰਤ ਹੈ ਕਿ ਮੇਰੇ ਤੋਂ ਮਾਫੀ ਮੰਗਾ ਜੇ। ਸੋ ਇਸ ਕਰਕੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਮਾਫੀਆਂ ਮੰਗਾਉਂਦੇ ਆ, ਉਹ ਮਾਫੀ ਮੰਗਾਉਣ ਦਾ ਜਿਹੜਾ ਪੈਰਾ ਵਾ ਭਾਈ, ਜੇ ਤੁਹਾਡੇ ਨੌਲੇਜ ਨਹੀਂ ਹੈਗੀ, ਉਹ ਢੱਡਰੀਆਂ ਵਾਲਿਆ। ਮੈਂ ਵੀ ਇਹ ਗੱਲ ਕਹਿ ਸਕਦਾ, ਮੈਂ ਵੀ ਇੱਦਾਂ ਤੈਨੂੰ ਬੋਲ ਸਕਦਾ, ਪਰ ਸਾਨੂੰ ਇੱਦਾਂ ਬੋਲਣ ਦੀ ਸਾਨੂੰ ਕਿਸੇ ਨੇ ਨਹੀਂ ਸਿੱਖਿਆ ਦਿੱਤੀ। ਰਣਜੀਤ ਸਿੰਘ ਢੱਡਰੀਆਂ ਵਾਲੇ ਜੀ, ਸਾਨੂੰ ਸ਼ੌਂਕ ਨਹੀਂ ਹੈਗਾ ਵੀ ਅਸੀਂ ਆਪਣੇ ਕੰਮਕਾਰ ਛੱਡ ਕੇ ਜਾ ਕੇ ਤੇ ਉੱਥੇ ਲੋਕਾਂ ਦੇ ਨਾਲ ਉਲਝਦੇ ਫਿਰਦੇ ਆ। ਜਿਨ੍ਹਾਂ ਦੇ ਕੋਲ ਜਾਂਦੇ ਆ ਉਹਨਾਂ ਦੀ ਗਲਤੀ ਹੁੰਦੀ ਆ। ਉਹਨਾਂ ਦੀ ਗਲਤੀ ਹੁੰਦੀ ਆ ਕਿ ਉਹ ਗੁਰ ਮਰਿਆਦਾ ਦੇ ਉਲਟ ਕਰਦੇ ਨੇ, ਗੁਰ ਸਿਧਾਂਤਾਂ ਦੇ ਉਲਟ ਕਰਦੇ ਨੇ, ਉਹ ਬੇਅਦਬੀਆਂ ਕਰਦੇ ਨੇ ਗੁਰੂ ਘਰਾਂ ਦੇ ਵਿੱਚ, ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨਹੀਂ ਚਲਾਉਂਦੇ। ਇਸ ਕਰਕੇ ਜਾਂਦੇ ਆ। ਤੇ ਜੇ ਜਾਂਦੇ ਆ ਤੇ ਫਿਰ ਉਹਨਾਂ ਦੇ ਉੱਤੇ ਜੇ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਉਂਦੇ ਆ, ਜਾਂ ਉਹਨਾਂ ਦੇ ਕੋਲੋਂ ਸੰਗਤ ਦੀ ਹਜ਼ੂਰੀ 'ਚ ਮਾਫੀ ਵੀ ਮੰਗਾਉਂਦੇ ਆ, ਗੁਰੂ ਸਾਹਿਬ ਦੀ ਹਜ਼ੂਰੀ 'ਚ, ਗੁਰੂ ਕੋਲੋਂ, ਸੰਗਤ ਕੋਲੋਂ, ਆਪਣੇ ਕੋਲੋਂ ਨਹੀਂ। ਕਦੀ ਵੀ ਸਾਡੇ ਕੋਲ ਮਾਫੀਨਾਮੇ ਲਿਖੇ ਪਏ ਨੇ, ਕਦੀ ਵੀ ਅਸੀਂ ਇਹ ਇੱਥੇ ਨੋਟ ਡਾਊਨ ਨਹੀਂ ਕੀਤਾ ਕਿ ਤੁਸੀਂ ਮਾਫੀ ਜਥੇਬੰਦੀ ਦੇ ਕੋਲੋਂ ਮੰਗੋ ਜਾਂ ਜਥੇਬੰਦੀ ਆਗੂ ਕੋਲੋਂ ਮੰਗੋ। ਮਾਫੀ ਮੰਗਣੀ ਸੰਗਤ ਕੋਲੋਂ। ਬਖਸ਼ਣਯੋਗ ਆ ਸੰਗਤ, ਗੁਰੂ ਬਖਸ਼ਣਯੋਗ ਆ। ਅਸੀਂ ਕੌਣ ਆ ਯਾਰ? ਅਸੀਂ ਅੱਜ ਨਾ ਹੋਵਾਂਗੇ ਤੇ ਪੰਥ ਨੂੰ ਕੀ ਆ? ਅਸੀਂ ਤਾਂ ਕੀੜੇ ਆ। ਅੱਜ ਪਤਾ ਨਹੀਂ ਸਵੇਰੇ ਸਾਹ ਆਉਣਾ ਕਿ ਨਹੀਂ ਆਉਣਾ। ਇਸ ਕਰਕੇ ਅਸੀਂ ਕੁਛ ਨਹੀਂ ਹੈਗੇ। ਅਸੀਂ ਤਾਂ ਹਿੱਸਾ ਵਾਂ, ਆਪਣੇ ਆਪ ਨੂੰ ਸੇਵਾਦਾਰ ਸਮਝਦੇ ਹਾਂ ਤੇ ਫਰਜ਼ ਸਮਝਦੇ ਹਾਂ ਆਪਣਾ। ਸੁੱਤੇ ਨਹੀਂ ਨਾ ਹੈਗੇ। ਜੇ ਅਸੀਂ ਸੁੱਤੇ ਹੋਈਏ ਤੇਰੇ ਵਾਂਗੂ ਭਾਊ, ਤੇ ਤੈਨੂੰ ਕੀ ਲੱਗੇ ਕੀ ਹੋ ਰਿਹਾ ਦੁਨੀਆ ਤੇ? ਤੈਨੂੰ ਤਾਂ ਆਪਣੇ ਆਪ ਨਾਲ ਮਤਲਬ ਆ। ਤੈਨੂੰ ਤਾਂ ਸਿਰਫ ਆਪਣਾ ਡੇਰਾ ਵੱਡਾ ਕਰਨਾ ਮਤਲਬ ਹੈ ਨਾ। ਜਿਸ ਤਰ੍ਹਾਂ ਜੇ ਅਸੀਂ ਤੇਰੇ ਵਰਗੇ ਹੋ ਜਾਈਏ ਨਾ, ਕਿ ਅਸੀਂ ਆਪਣੇ ਕੰਮਾਂ ਕਾਰਾਂ ਦਾ ਕੀ ਸੇਵਤ ਰਹੀਏ ਤੇ ਸੋਚੀਏ ਵੀ ਸਾਨੂੰ ਕੀ ਲੱਗੇ, ਅਸੀਂ ਕੀ ਲੈਣਾ, ਤੇ ਫੇਰ ਤੇ ਭਾਈ ਪੈਰਾ ਗਲਤ ਹੋ ਜੂ। ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ। ਸੇਵਾਦਾਰ ਹੋਣ ਦੇ ਨਾਤੇ ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਪੂਰੀ ਕਰਦੇ ਹਾਂ। ਅਗਲੀ ਗੱਲ ਜਿਹੜੀ ਤੁਸੀਂ ਭਾਈ ਸਾਹਿਬ ਜੀ ਇਹ ਗੱਲ ਕਹਿੰਦੇ ਹੋ ਕਿ ਤੁਸੀਂ ਮਾਫੀਆਂ ਮੰਗਾਉਂਦੇ ਹੋ ਜਾਂ ਤੁਸੀਂ ਡਾਂਗਾ ਲੈ ਕੇ ਜਾਂਦੇ ਹੋ, ਉਹਦਾ ਮੈਂ ਤੁਹਾਨੂੰ ਸਪਸ਼ਟ ਕਰਾਂ ਵੀ ਬਿਲਕੁਲ ਅਸੀਂ ਕੋਈ ਗੁੰਡੇ ਬਦਮਾਸ਼ ਨਹੀਂ ਹੈਗੇ। ਪਰ ਜੇਕਰ ਕੋਈ ਉੱਠ ਕਰਕੇ ਗੁਰ ਮਰਿਆਦਾ, ਗੁਰ ਸਿਧਾਂਤਾਂ ਦੇ ਉਲਟ ਚੱਲੂਗਾ, ਅਸੀਂ ਬਿਲਕੁਲ ਜਾਵਾਂਗੇ ਭਾਈ, ਜਾ ਕਰਕੇ ਉਹਨੂੰ ਸਵਾਲ ਵੀ ਕਰਾਂਗੇ। ਜੇ ਉੱਤੇ ਕਾਰਵਾਈ ਕਰਾਉਣੀ ਪਊਗੀ ਕਾਰਵਾਈ ਵੀ ਕਰਾਵਾਂਗੇ। ਜੇ ਉਹਨੂੰ ਡਾਂਗ ਨਾਲ ਪੁੱਛਣਾ ਪਿਆ ਤੇ ਡਾਂਗ ਨਾਲ ਵੀ ਪੁੱਛਾਂਗੇ, ਬਿਲਕੁਲ ਪੁੱਛਾਂਗੇ ਭਾਈ। ਅਸੀਂ ਤੇ ਨਹੀਂ ਜਰ ਸਕਦੇ ਜਿੰਨੇ ਕਿ ਜੋਗੇ ਆ। ਫਿਰ ਅਸੀਂ ਤੈਨੂੰ ਬਾਰ-ਬਾਰ ਇਹ ਗੱਲ ਕਹਿੰਦੇ, ਕਿਉਂਕਿ ਤੁਹਾਡਾ ਕੀ ਹੁੰਦਾ। ਹੁਣ ਅਗਲੀ ਗੱਲ ਇਹਨੇ ਕਿਹਾ ਵੀ ਰਾਧਾ ਸਵਾਮੀ ਵੱਲ ਕਿਉਂ ਨਹੀਂ ਜਾਂਦਾ। ਉਹ ਘੱਟੋ ਘੱਟ ਉਹਦਾ ਤੇ ਪਤਾ ਨਾ ਵੀ ਉਹ ਦੁਸ਼ਮਣ ਆ।
ਹੁਣ ਤੇਰੀ ਇਸ ਗੱਲ ਦਾ ਜਵਾਬ ਜਿਹੜਾ ਤੂੰ ਕਹਿੰਦਾ ਵੀ ਰਾਧਾ ਸਵਾਮੀ ਵੱਲ ਕਿਉਂ ਨਹੀਂ ਮੂੰਹ ਕਰਦੇ, ਉਹਦਾ ਤੇ ਘੱਟੋ ਘੱਟ ਪਤਾ ਨਾ ਵੀ ਉਹ ਦੁਸ਼ਮਣ ਆ, ਪਤਾ ਨਾ ਉਹਦਾ ਵੀ ਉਹ ਦੁਸ਼ਮਣ ਆ, ਉਹ ਪੰਥ ਵਿਰੋਧੀ ਸ਼ਕਤੀ ਆ, ਉਹ ਦੇਹਧਾਰੀ ਆ, ਉਹਦਾ ਤਾਂ ਸਪਸ਼ਟ ਹੋ ਗਿਆ ਨਾ। ਇਸ ਕਰਕੇ ਉਹ ਪੰਥ ਦੇ ਉਲਟ ਚੱਲਦੇ ਨੇ, ਇਸ ਕਰਕੇ ਉਹ ਆਪਣੀ ਜਿਹੜੀ ਉਹ ਦੇਹਧਾਰੀ ਪ੍ਰਥਾ ਚਲਾਈ ਉਹਨਾਂ ਨੇ, ਪਤਾ ਨਾ ਉਹਨਾਂ ਦਾ ਸਪਸ਼ਟ ਆ ਨਾ। ਤੂੰ ਤਾਂ ਭਾਈ ਆਪਣੇ ਆਪ ਨੂੰ ਹਿੱਸਾ ਮੰਨਦਾ ਨਾ ਪੰਥ ਦਾ, ਫਿਰ ਮੈਨੂੰ ਮੇਰੇ ਕੋਈ ਸਵਾਲ ਦਾ ਜਵਾਬ ਦੇ। ਜੇ ਤੂੰ ਆਪਣੇ ਆਪ ਨੂੰ ਪੰਥ ਦਾ ਹਿੱਸਾ ਮੰਨਦਾ ਨਾ, ਤੂੰ ਕਹਿੰਦਾ ਵਾ ਵੀ ਪੰਥ ਦਾ ਹਿੱਸਾ ਵਾਂ ਮੈਂ, ਤੇ ਉਹ ਡੇਰੇ ਵਾਲੇ ਜਿਹੜੇ ਨੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਜਾ ਕੇ ਪੁੱਛਦੇ? ਉਹ ਤਾਂ ਯਾਰ ਪਤਾ ਵਾ, ਕਲੀਅਰ ਹੈ ਵੀ ਉਹ ਤਾਂ ਪੰਥ ਵਿਰੋਧੀ ਸ਼ਕਤੀਆਂ ਨੇ, ਪੰਥ ਵਿਰੋਧੀ ਤਾਕਤਾਂ ਨੇ, ਉਹ ਤਾਂ ਡੇਰੇ ਬਣਾ ਕੇ ਦੇਹਧਾਰੀਆਂ ਨੂੰ ਮੰਨਦੇ ਨੇ, ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ। ਤੂੰ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ ਨਾ ਭਾਈ, ਫਿਰ ਤੂੰ ਮੈਨੂੰ ਦੱਸ ਕੀ ਤੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਵੀ ਮੰਨਦਾ? ਕੀ ਤੂੰ ਸਿੱਖ ਰਹਿਤ ਮਰਿਆਦਾ ਨੂੰ ਮੰਨਦਾ? ਕੀ ਤੂੰ ਇਹ ਗੱਲ ਜਿਹੜੀ ਆ ਉਹ ਕਲੀਅਰ ਕਰੇਗਾ ਵੀ ਜਿਹੜੇ ਕੌਮੀ ਸ਼ਹੀਦ ਨੇ 78 ਤੋਂ ਬਾਅਦ ਉਹਨਾਂ ਨੂੰ ਸ਼ਹੀਦ ਮੰਨਦਾ? ਜਾਂ ਇਤਿਹਾਸ ਦੇ ਵਿੱਚ ਦਰਜ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਨੇ, ਜਿੰਨੀਆਂ ਵੀ ਜੰਗਾਂ ਹੋਈਆਂ ਨੇ, ਯੁੱਧ ਹੋਏ ਨੇ, ਕੀ ਉਹਨਾਂ ਨੂੰ ਮੰਨਦਾ ਵਾ ਸਹੀ? ਹਾਂ ਜਾਂ ਨਾ? ਕਿਉਂਕਿ ਤੂੰ ਕਿੰਤੂ ਵੀ ਤਾਂ ਕਰਦਾ ਵਾ ਨਾ। ਉਹ ਕਿੰਤੂ ਜੇ ਕਰਦੇ ਆ ਨਾ, ਜੇ ਕਿੰਤੂ ਪਹਿਲੀ ਗੱਲ ਤਾਂ ਕਰਦੇ ਹੀ ਨਹੀਂ, ਜੇ ਉਹ ਕਰਦੇ ਵੀ ਨਹੀਂ ਤਾਂ ਦੁਸ਼ਮਣ ਨੇ ਭਾਈ। ਉਹ ਤਾਂ ਕਲੀਅਰ ਹੋ ਗਿਆ ਵੀ ਦੁਸ਼ਮਣ ਨੇ, ਵਿਰੋਧੀ ਨੇ, ਵਿਰੋਧੀਆਂ ਦਾ ਕਰਨਾ ਹੁੰਦਾ, ਦੁਸ਼ਮਣ ਨੇ ਤਾਂ ਦੁਸ਼ਮਣੀ ਨਿਭਾਉਣੀ ਹੁੰਦੀ ਆ। ਪਰ ਤੂੰ ਤਾਂ ਕਹਿੰਦਾ ਨਾ ਮੈਂ ਪੰਥ ਦਾ ਹਿੱਸਾ ਵਾਂ, ਤੂੰ ਤਾਂ ਦੁਸ਼ਮਣ ਨਹੀਂ ਨਾ ਕਹਿੰਦਾ ਆਪਣੇ ਆਪ ਨੂੰ ਪੰਥ ਦਾ। ਤੇ ਫਿਰ ਤੂੰ ਜਿਹੜਾ ਕਿੰਤੂ ਕਰਦਾ, ਤੂੰ ਆ ਨਵੀਂ ਪ੍ਰਥਾ ਜਿਹੜੀ ਚਲਾਉਣ ਲੱਗਾ ਵਾ, ਤੂੰ ਕਹਿੰਦਾ ਮੈਂ ਜਾਗਰੂਕ ਹੋ ਗਿਆ ਵਾਂ, ਅਸੀਂ ਡਿਵੈਲਪ ਹੋ ਰਹੇ ਹਾਂ, ਸਾਡੇ ਦਿਮਾਗ ਡਿਵੈਲਪ ਹੋ ਰਹੇ ਨੇ, ਅਣਹੋਣੀਆਂ ਡਿਵੈਲਪਮੈਂਟ ਕਰੀ ਜਾਂਦੇ ਹੋ ਭਾਈ। ਜਿਹੜੀ ਤੁਹਾਡੀ ਡਿਵੈਲਪਮੈਂਟ ਵਾਲਾ ਪਾਸਾ ਵਾ ਉਹ ਤੇ ਤੁਹਾਡੇ ਕੇਸ ਕਟਾਈ ਜਾਂਦਾ, ਉਹ ਤੇ ਕਹਿੰਦਾ ਸਾਨੂੰ ਸਿੱਖੀ ਦੀ ਲੋੜ ਹੀ ਨਹੀਂ। ਉਹ ਡਿਵੈਲਪਮੈਂਟ ਤੇ ਕਹਿ ਰਹੀ ਆ ਵੀ ਅਸੀਂ ਕੇਸ ਵੀ ਕਟਾ ਸਕਦੇ ਹਾਂ, ਦਾਰੂ ਵੀ ਪੀ ਸਕਦੇ ਹਾਂ, ਹਨਾ, ਜਿਸ ਤਰ੍ਹਾਂ ਤੂੰ ਕਹਿੰਦਾ। ਤੇਰੀਆਂ ਸਟੇਟਮੈਂਟਾਂ ਨੇ ਭਾਈ, ਮੈਂ ਤਾਂ ਕੋਲੋਂ ਕੁਛ ਨਹੀਂ ਨਾ ਕਹਿ ਰਿਹਾ। ਪਰ ਲੌਜੀਕਲੀ ਗੱਲਾਂ ਕਰਦਾ, ਲੌਜੀਕਲੀ ਜਵਾਬ ਵੀ ਦੇ ਸਾਨੂੰ ਵੀ ਤੂੰ ਫਿਰ ਇਹਨਾਂ ਸ਼ਹਾਦਤਾਂ ਨੂੰ ਸਹੀ ਮੰਨਦਾ ਕਿ ਗਲਤ? ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਬਾਰੇ ਕਦੀ ਸਪਸ਼ਟ ਕੀਤਾ? ਅੱਜ ਉਹਦਾ ਤੂੰ ਅਪਗ੍ਰੇਡ ਹੋਇਆ, ਕਦੀ ਗੱਲ ਕੀਤੀ ਉਹਨਾਂ ਦੀ? ਉਹਦੇ ਬਾਰੇ ਕੀ ਵਿਚਾਰ ਹੈ ਤੇਰੇ? ਪੰਜਾਬ ਦੇ ਮਸਲਿਆਂ ਬਾਰੇ ਕੀ ਵਿਚਾਰ ਹੈ ਤੇਰਾ? ਪੰਜਾਬ ਦੇ ਵਿੱਚ ਨਸ਼ਾ ਵਾ, ਪੰਜਾਬ ਦੇ ਵਿੱਚ ਡੇਰਾਵਾਦ ਆ, ਪੰਜਾਬ ਦੇ ਵਿੱਚ ਪਤਤਪੁਣਾ ਵਾ, ਲੱਚਰਵਾਦ ਆ, ਇਹਨਾਂ ਦੇ ਬਾਰੇ ਕਿਉਂ ਨਹੀਂ ਸਟੈਂਡ ਹੈਗਾ ਤੇਰਾ ਕੋਈ? ਪੰਜਾਬ ਦੇ ਪਾਣੀ ਦੀ ਮਸਲੇ ਤੂੰ ਕਿਉਂ ਨਹੀਂ ਗੱਲ ਕਰਦਾ? ਤੇਰਾ ਪੰਜਾਬ ਨੇ ਇਹ ਦੂਜੇ ਦੇ ਉੱਤੇ ਉਂਗਲ ਜਦੋਂ ਆਪਾਂ ਕਰਦੇ ਆ ਨਾ, ਤੇ ਆਹ ਉਂਗਲਾਂ ਆਪਣੇ ਕੰਨੀ ਹੁੰਦੀਆਂ, ਯਾਦ ਰੱਖੀ। ਜੇ ਮੈਂ ਤੇਰੇ ਤੇ ਉਂਗਲ ਕਰੂੰਗਾ ਨਾ, ਜੇ ਮੇਰੇ 'ਚ ਖਾਮੀਆਂ ਹੋਣਗੀਆਂ ਨਾ, ਤੇ ਉਹ ਖਾਮੀਆਂ ਤੁਹਾਨੂੰ ਦਿਖਣਗੀਆਂ, ਉਹ ਸੰਗਤ ਨੂੰ ਦਿਖਣਗੀਆਂ, ਲੋਕਾਂ ਨੂੰ। ਤੇ ਤੁਸੀਂ ਭਾਈ ਸਾਹਿਬ ਜੀ ਕਿਸੇ ਤੇ ਉਂਗਲ ਤਾਂ ਬੜੀ ਛੇਤੀ ਕਰ ਦਿੰਦੇ ਹੋ, ਥੋੜਾ ਆਪਣੇ ਕੰਨੀ ਤੇ ਝਾਕੀਏ ਆਪਾਂ। ਸਾਨੂੰ ਕਹਿੰਦਾ ਵਾ ਰਾਧਾ ਸਵਾਮੀ ਵਾਲੇ ਕਿਉਂ ਨਹੀਂ ਜਾਂਦੇ, ਤੇ ਤੈਨੂੰ ਦਿਖਦੇ ਨਹੀਂ ਰਾਧਾ ਸਵਾਮੀ ਹੈ? ਤੈਨੂੰ ਸਰਸੇ ਵਾਲਾ ਨਹੀਂ ਦਿਖਦਾ? ਤੈਨੂੰ ਨਰਕ ਨਹੀਂ ਦਿਖਦੇ? ਕਦੀ ਤੇਰੇ ਮੂੰਹ ਤਾਂ ਦੋ ਬੋਲ ਨਹੀਂ ਸੁਣੇ। ਤੂੰ ਕਿਉਂ ਨਹੀਂ ਡਰ ਕੇ ਖਲੋ ਜਾਂਦਾ? ਤੂੰ ਹਿੱਸਾ ਨਹੀਂ ਪੰਥ ਦਾ, ਅਸੀਂ ਇਕੱਲੇ ਆ। ਤੂੰ ਕਹਿੰਦਾ ਮੈਂ ਗੁਰਬਾਣੀ ਦੇ ਅਨੁਸਾਰ ਹੀ ਚੱਲਦਾ, ਮੈਂ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੋ ਕਹਿੰਦੇ ਨੇ ਉਹੀ ਕਰਦਾ। ਤੇ ਜਿਨ੍ਹਾਂ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਉਚਾਰੀ, ਜਿਨ੍ਹਾਂ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥ ਨੂੰ ਗੁਰੂ ਬਣਾਇਆ, ਉਹਨਾਂ ਦੀ ਵਿਚਾਰਧਾਰਾ ਕਿੱਥੇ ਰੱਖੇਗਾ? ਫਿਰ ਤੂੰ ਉਹਨਾਂ ਦੀ ਵਿਚਾਰਧਾਰਾ ਨੂੰ ਕਿਉਂ ਨਹੀਂ ਮੰਨਦਾ? ਦਸਮ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਕਿਉਂ ਨਹੀਂ ਮੰਨਦਾ? ਦਸਮ ਬਾਰੇ ਆਪਣਾ ਸਟੈਂਡ ਸਪਸ਼ਟ ਕਰ, ਸਾਨੂੰ ਵੀ ਪਤਾ ਲੱਗੇ ਨਾ ਵੀ ਤੂੰ ਕਿਹੜੇ ਬੰਨੇ ਖੜਿਆ। ਦਸਮ ਬਾਰੇ ਸਟੈਂਡ ਸਪਸ਼ਟ ਕਰ ਆਪਣਾ। ਤੇ ਦੂਜਾ, ਲੋਕਾਂ ਨੂੰ ਤੂੰ ਕਹਿਣਾ ਵਾ ਵੀ ਤੂੰ ਕਹਿੰਦਾ ਵੀ ਅਕਾਲੀ ਕਹਿੰਦਾ ਖਾੜੇ ਲਾਉਂਦਾ, ਤੂੰ ਕਹਿੰਦਾ ਵਾ ਅਕਾਲੀ ਕਹਿੰਦਾ ਵੀ ਕੋਈ ਗਿਆਨ ਦੀ ਗੱਲ, ਮੈਂ ਗੁਰਮਤ ਦੀ ਗੱਲ ਕਹੀ ਸੀਗੀ। ਗਿਆਨ ਤੇ ਗੁਰਮਤ 'ਚ ਫਰਕ ਹੁੰਦਾ, ਗੱਲ ਨੂੰ ਡਿਵਰਟ ਨਹੀਂ ਕਿੱਦਾਂ ਹੁੰਦਾ। ਮੈਂ ਕਿਹਾ ਸੀ ਗੁਰਮਤ ਦੀ ਗੱਲ ਦੱਸੋ ਮੈਨੂੰ ਖਾੜੇ ਵਿੱਚੋਂ ਕੋਈ। ਚਲੋ ਸਮਾਗਮ ਕਹਿ ਦਿੰਦੇ ਆਪਾਂ ਤੇਰਾ ਮਨ ਕੁਝ ਰੱਖਦੇ, ਕੋਈ ਗੱਲ ਨਹੀਂ, ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਾ ਹੁੰਨਾ ਤੂੰ। ਪਰ ਅਸੀਂ ਚਾਹਾਂਗੇ ਵੀ ਜੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਾ ਹੁੰਦਾ, ਗੁਰੂ ਦੀ ਗੱਲ ਵੀ ਕਰਿਆ ਕਰ, ਗੁਰੂ ਦੀ ਹੀ ਗੱਲ ਕਰਿਆ ਕਰ। ਮੈਨੂੰ ਦੱਸ, ਆ ਜਦੋਂ ਤੂੰ ਹੋਇਆ ਵਾ ਅਪਗ੍ਰੇਡ, ਜਦੋਂ ਦਾ ਤੇਰਾ ਦਿਮਾਗ ਡਿਵੈਲਪ ਹੋ ਗਿਆ, ਜ਼ਿਆਦਾ ਸਿਆਣਾ ਹੋ ਗਿਆ, ਤੂੰ ਗੁਰੂ ਨੂੰ ਸਿਆਣਾ ਹੋ ਗਿਆ, ਹਨਾ, ਸਿੱਖ ਇਤਿਹਾਸ ਤੋਂ ਵੀ ਉੱਚਾ ਹੋ ਗਿਆ, ਤੂੰ ਸਿੱਖ ਬੁੱਧੀਜੀਵੀ ਤੋਂ ਸਿਆਣਾ ਹੋ ਗਿਆ, ਮੈਨੂੰ ਇਹ ਗੱਲ ਦਾ ਜਵਾਬ ਦੇ ਵੀ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਨਰੋਲ ਗੁਰਬਾਣੀ ਦੀ ਕਥਾ ਕਰਨ 'ਚ ਪ੍ਰੋਬਲਮ ਕੀ ਆ?
ਜੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਨਾ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਹੀ ਮੰਨਦਾ, ਜੋ ਗੁਰਬਾਣੀ ਕਹਿੰਦੀ ਉਹੀ ਮੰਨਦਾ, ਤੇ ਫਿਰ ਨਿਰੋਲ ਗੁਰਬਾਣੀ ਦੀ ਕਥਾ ਕਰਨ 'ਚ ਪ੍ਰੋਬਲਮ ਕੀ ਆ? ਮੈਂ ਵਾਅਦਾ ਕਰਦਾ ਇਸ ਗੱਲ ਦਾ, ਅੱਜ ਤੋਂ ਜਪਜੀ ਸਾਹਿਬ ਦੀ ਕਥਾ ਸ਼ੁਰੂ ਕਰ ਦੇ, ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਹਿ ਮੈਂ ਕਰਨੀ ਆ, ਜਾਂ ਕਹਿ ਮੈਂ 5 ਬਾਣੀਆਂ ਦੀ ਕਥਾ ਸੰਪੂਰਨ ਕਰਨੀ ਆ, ਠੀਕ ਆ ਨਾ? ਮੈਂ ਤੈਨੂੰ ਵਾਅਦਾ ਕਰਦਾ, ਜਿਹੜੇ ਤੂੰ ਵਿਊ ਚੱਕੀ ਫਿਰਦਾ ਨਾ YouTube ਦੇ ਉੱਤੇ, ਸਬਸਕ੍ਰਾਈਬਰ ਚੱਕੀ ਫਿਰਦਾ, ਪੈਸੇ ਕਮਾਉਣਾ, ਜੇ ਤੇਰੇ ਉੱਥੇ ਵਿਊ ਜੂ ਗੱਲ ਕਰੀ, ਕੋਈ ਤੈਨੂੰ ਵੇਖ ਜੂ ਤੇ ਗੱਲ ਕਰੀ, ਪਤਾ ਕਿਉਂ? ਕਿਉਂਕਿ ਸਿਰਫ ਲੋਕ ਜਿਹੜੇ ਤੈਨੂੰ ਉੱਥੇ ਸੁਣਦੇ ਨਾ ਇੰਨੀ ਵੱਡੀ ਗਿਣਤੀ ਦੇ ਵਿੱਚ, ਉਹ ਭਾਈ ਤੇਰੇ ਫੋਲੋਅਰ ਨਹੀਂ ਹੈਗੇ, ਉਹ ਸੰਗਤ ਨਹੀਂ ਹੈਗੀ ਤੇਰੀ, ਤੈਨੂੰ ਭੁਲੇਖਾ। ਉਹ ਤਾਂ ਲੋਕ ਸਵਾਦ ਲੈਂਦੇ ਨੇ। ਜਿਵੇਂ ਤੂੰ ਆ YouTube ਦੇ ਉੱਤੇ ਅੱਜ ਕੱਲ੍ਹ ਬਲੌਗ ਨਹੀਂ ਬਣਾਉਂਦਾ, ਜਿਵੇਂ ਲੋਕੀ ਬਲੌਗ ਬਣਾਉਂਦੇ ਨੇ ਤੇ ਲੋਕ ਵੇਖਦੇ ਨੇ ਸਵਾਦ ਲੈਣ ਵਾਸਤੇ ਬਲੌਗ, ਜੇ ਫਨੀ ਵੀਡੀਓ ਬਣਾਉਂਦਾ ਕੋਈ ਫਨੀ ਵੀਡੀਓ ਵੇਖਣ ਵਾਸਤੇ ਬਣਾਉਂਦੇ ਨੇ ਲੋਕ, ਇੱਦਾਂ ਤੇਰੀਆਂ ਗੱਲਾਂ ਸੁਣਨ ਵਾਸਤੇ ਕੰਨ ਰਸ ਆ, ਕੰਨ ਰਸ। ਕਿਉਂਕਿ ਗੁਰਬਾਣੀ ਤੇ ਗੁਰਮਤਿ ਦੀ ਗੱਲ ਉਹਨੇ ਸੁਣਨੀ ਜਿਹਨੇ ਅਸਰ ਕਰਨਾ, ਜਿਹਨੇ ਉਹਨੂੰ ਅਪਣਾਉਣਾ, ਤੇ ਕੰਨ ਰਸ ਕਿਹਨੇ ਸੁਣਨਾ? ਜਿਹਨੇ ਸਵਾਦ ਲੈਣਾ। ਸੋ ਬਹੁਤਾਤ ਵਿੱਚ ਜਿਹੜੀ ਗਿਣਤੀ ਆਪ ਜੀ ਨੂੰ ਸੁਣਦੀ ਹੈ ਨਾ ਭਾਈ ਰਣਜੀਤ ਸਿੰਘ ਜੀ, ਕੰਨ ਰਸ ਹੈ, ਸਵਾਦ ਹੈ। ਕਿਉਂਕਿ ਤੁਸੀਂ YouTube ਕੱਢ ਲਓ, ਆ ਜਿੰਨੇ ਮੇਰੇ ਭੈਣ ਭਰਾ ਸੁਣਦੇ ਹੋ, YouTube ਕੱਢ ਲਓ, ਉੱਥੋਂ ਗੁਰਬਾਣੀ ਦੀਆਂ ਕਥਾ ਕੱਢ ਲਓ, ਉੱਥੋਂ ਗੁਰਬਾਣੀ ਦੀ ਗੱਲ ਜਿੰਨੀਆਂ ਵੀ ਵੀਡੀਓਜ਼ ਪਈਆਂ ਨੇ ਉਹ ਸਾਰੀਆਂ ਕੱਢ ਲਓ, ਤੇ ਧਿਆਨ ਦੇ ਨਾਲ ਸੁਣਿਓ, ਤੇ ਉੱਥੇ ਵਿਊ ਵੇਖਿਓ ਕਿੰਨੇ ਨੇ, ਵਿਊ ਵੇਖਿਓ ਕਿੰਨੇ ਨੇ। ਇਹ ਪ੍ਰੈਕਟੀਕਲ ਲੌਜਿਕ ਨਾਲ ਗੱਲ ਕਰ ਰਿਹਾ ਮੈਂ, ਜਿਹੜਾ ਤੂੰ ਲੌਜਿਕ ਕਹਿੰਦਾ ਨਾ ਉਹ ਲੌਜਿਕ ਆ, ਮੈਂ ਲੌਜਿਕ ਨਾਲ ਗੱਲ ਕਰ ਰਿਹਾ। ਤੇ ਕੱਢ ਲਓ, ਇੱਥੇ ਕਵੀਸ਼ਰ ਸਾਹਿਬਾਨ ਨੇ ਕਿੰਨੇ ਚੜ੍ਹਦੀ ਕਲਾ ਵਾਲੇ, ਉਹਨਾਂ ਕਵੀਸ਼ਰ ਦੀਆਂ ਕਵੀਸ਼ਰੀਆਂ ਕੱਢ ਲਓ, ਤੇ ਲੱਚਰ ਗਾਇਕਾਂ ਦੇ ਗਾਣੇ ਕੱਢ ਲਓ, ਉਹਨਾਂ ਦੇ ਵਿਊ ਸੰਗਤ ਕਰ ਲਓ ਵੀ ਉਹਨਾਂ ਦੇ ਵਿਊ ਕਿੰਨੇ, ਉਹਨਾਂ ਦੇ ਵਿਊ ਕਿੰਨੇ ਆ। ਗੁਰਬਾਣੀ ਦੀ ਨਿਰੋਲ ਗੱਲ, ਜਿੱਥੇ ਗੁਰਮਤਿ ਦੀ ਗੱਲ ਹੋਊਗੀ ਨਾ, ਉੱਥੇ ਹਮੇਸ਼ਾ ਗਿਣਤੀ ਘੱਟ ਹੁੰਦੀ ਆ, ਇਹ ਸੱਚ ਆ। ਤੇ ਗਿਣਤੀ ਚਲੋ ਖਾਲਸਾ ਪੈਂਦਾ ਹੀ ਨਹੀਂ, ਬਟ ਜਿਹੜੀ ਤੂੰ ਗੱਲ ਕਰਦਾ ਸੱਚ ਦਾ ਪ੍ਰਚਾਰ ਕਰ ਰਿਹਾ, ਤੇ ਤੂੰ ਭਾਈ ਅੱਜ ਤੋਂ ਇਹ ਗੱਲ ਕਹਿ ਵੀ ਜਿੰਨੇ ਤੂੰ ਦੀਵਾਨ ਲਾਏਗਾ, ਜਿੰਨੇ ਤੂੰ ਗੁਰਮਤਿ ਦੇ ਸਮਾਗਮ ਕਰੇਗਾ, ਭਾਵੇਂ ਉਹ ਤੂੰ ਆਪਣੇ ਉੱਥੇ ਕਰ, ਜਿੱਥੇ ਵੀ ਕਰ, ਜਾਂ ਤੂੰ ਫੇਸਬੁੱਕ ਤੇ ਕਰ, ਸਿਰਫ ਨਿਰੋਲ ਗੁਰਬਾਣੀ ਦੀ ਕਥਾ ਕਰੇਗਾ, ਸਿਰਫ ਨਿਰੋਲ। ਜਪਜੀ ਸਾਹਿਬ ਜੀ ਤੋਂ ਲੈ ਕੇ ਕਥਾ ਸ਼ੁਰੂ ਕਰ ਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਕਰ, ਪਤਾ ਲੱਗੇ ਵੀ ਢੱਡਰੀਆਂ ਵਾਲਾ ਗੁਰਮਤਿ ਦੀ ਗੱਲ ਕਰਦਾ। ਮੈਂ ਤੈਨੂੰ ਵਾਅਦਾ ਕਰਨਾ, ਅੱਜ ਤੂੰ ਐਲਾਨ ਕਰ ਦੇ ਕਿ ਮੈਂ ਸਿਰਫ ਗੁਰਮਤਿ ਦੀ ਹੀ ਕਥਾ ਕਰੂੰ, ਗੁਰਬਾਣੀ ਦੀ ਕਥਾ ਕਰੂੰ, ਗੁਰਬਾਣੀ ਦੇ ਹੀ ਅਰਥ ਕਰੂੰ, ਦੂਜੀ ਦੁਨਿਆਵੀ ਕੋਈ ਗੱਲ ਨਹੀਂ ਕਰੂੰਗਾ। ਮੈਂ ਵਾਅਦਾ ਕਰਦਾ, ਮੈਂ ਤੇਰਾ ਵਿਰੋਧ ਨਹੀਂ ਕਰਦਾ ਇਸ ਤੋਂ ਬਾਅਦ। ਜਾ, ਕਿਸੇ ਨੂੰ ਮੈਂ ਵਿਰੋਧ ਨਹੀਂ ਕਹੂੰਗਾ ਕਰਨ ਨੂੰ, ਮੈਂ ਜਿਹੜਾ ਤੇਰਾ ਵਿਰੋਧ ਕਰੂੰ ਨਾ ਉਹਨੂੰ ਵੀ ਕਹੂੰਗਾ ਵੀ ਨਾ ਕਰੋ ਵਿਰੋਧ। ਭਾਈ ਰਣਜੀਤ ਸਿੰਘ ਤਾਂ ਗੁਰਬਾਣੀ ਦੀ ਗੱਲ ਕਰਦਾ, ਗੁਰਮਤਿ ਦੀ ਗੱਲ ਕਰਦਾ, ਵਾਅਦਾ ਰਿਹਾ ਤੇਰੇ ਨਾਲ। ਇੱਕ ਵੀ ਗੱਲ ਦੁਨਿਆਵੀ ਨਹੀਂ ਕਰਨੀ। ਆ ਜਿਹੜੀਆਂ ਤੂੰ ਗੱਲਾਂ ਕਰਦਾ ਨਾ, ਕਦੀ ਉਹਦੀ ਲੱਤ ਫੜ ਲਈ, ਉਹਦੀ ਬਾਂਹ ਫੜ ਲਈ, ਕਦੀ YouTube ਦੇ ਚੁਟਕਲੇ ਸੁਣਾਤੇ, ਕਦੀ ਚੁਟਕਲਾ ਸੁਣਾਤਾ ਫੜ ਕੇ ਫੇਸਬੁੱਕ ਵਾਲਾ, ਹਨਾ, ਕਦੀ ਉਹਦੀ ਲੱਤ ਖਿੱਚ ਲਈ, ਕਦੀ ਉਹਦੀ ਬਾਂਹ ਖਿੱਚ ਲਈ, ਕਦੀ ਉਹਦੀ ਨਿੰਦਾ ਕਰਤੀ, ਕਦੀ ਉਹਦੀ ਨਿੰਦਾ ਕਰਤੀ, ਕਦੀ ਉਹਨੂੰ ਭੰਡਦਾ, ਕਦੀ ਉਹਨੂੰ ਭੰਡਦਾ। ਇਹ ਬੰਦ ਕਰ ਦੇ। ਇੱਕ ਬੰਨੇ ਤੂੰ ਰੌਲਾ ਪਾਉਣਾ ਭਾਈ ਰਣਜੀਤ ਸਿੰਘ ਵੀ ਪੁਜਾਰੀਵਾਦ ਜੀ, ਪੁਜਾਰੀ ਖਾ ਗਏ ਜੀ, ਇਹਨਾਂ ਨੇ ਗੋਲਕਾਂ ਲਾਈਆਂ ਜੀ, ਇਹਨਾਂ ਨੇ ਥਾਂ ਤੇ ਗੋਲਕਾਂ ਲਾਈਆਂ ਹੁੰਦੀਆਂ ਜੀ, ਇਹ ਪੈਸਾ ਇਕੱਠਾ ਕਰਦੇ ਨੇ ਜੀ। ਇਹੋ ਰੌਲਾ ਪਾਉਣਾ ਨਾ ਤੂੰ, ਜਿਹੜੇ ਤੈਨੂੰ ਸੁਣਦੇ ਨੇ ਉਹ ਵੀ ਜਾਣਦੇ ਨੇ ਨਾ, ਸਾਰੀ ਸੰਗਤ ਜਾਣਦੀ ਆ। ਇਹੀ ਰੌਲਾ ਹੁੰਦਾ ਨਾ ਤੇਰਾ ਸਭ ਤੋਂ ਵੱਧ, ਪੁਜਾਰੀ ਆ ਗਏ ਜੀ, ਖੰਡ ਪਾਠਾਂ ਦੀ ਲੜੀਆਂ ਦੇ ਨਾਂ ਦੇ ਖਾ ਗਏ ਜੀ, ਇਹਦੇ ਨਾਂ ਦੇ ਖਾ ਗਏ ਜੀ। ਤੇ ਫਿਰ ਭਾਈ ਰਣਜੀਤ ਸਿੰਘ ਜੀ, ਮੈਨੂੰ ਇਸ ਗੱਲ ਦਾ ਜਵਾਬ ਦਿਓ, ਜਿਹੜੀ ਮਾਇਆ ਤੁਹਾਨੂੰ ਆ ਰਹੀ ਆ ਸੰਗਤ ਦੇ ਵੱਲੋਂ, ਜਿਹੜੇ ਤੁਹਾਨੂੰ ਫੋਲੋ ਕਰਦੇ ਨੇ, ਜਿਹੜੇ ਤੁਹਾਨੂੰ ਮੰਨਦੇ ਨੇ, ਜਿਹੜੀ ਮਾਇਆ ਉਹ ਦਿੰਦੇ ਨੇ, ਉਹ ਕਿੱਥੋਂ ਆਉਂਦੀ ਆ? ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕਿਹੜਾ ਅਜਿਹਾ ਵੱਖਰਾ ਬਿਜ਼ਨਸ ਚੱਲਦਾ ਵਾ ਜਿਹਦੇ ਨਾਲ ਉਹ ਇੰਨੀ ਐਸ਼ ਆਰਾਮ ਵਾਲੀ ਜ਼ਿੰਦਗੀ ਜਿਉ ਰਹੇ ਨੇ? ਕਿਹੜੀ ਮਿੱਲ ਚੱਲਦੀ ਆ? ਕਿਹੜੀ ਜ਼ਮੀਨ ਦਾ ਠੇਕਾ ਆਉਂਦਾ? ਕਿਹੜੀ ਦੁਕਾਨ ਖੋਲੀ ਆ ਤੁਸੀਂ? ਕਿਹੜੀ ਦਿਹਾੜੀ ਲਾਉਣ ਜਾਂਦੇ ਹੋ ਭਾਈ? ਸਾਡੇ ਤੇ ਬੜਾ ਕਿੰਤੂ ਕਰਦੇ ਹੋ, ਆਖੇ ਜੀ ਇਹ ਤਾਂ ਢੱਡੀ, ਇਹ ਤਾਂ ਵੀਡੀਓ ਪਾਉਂਦੇ ਨੇ ਪੈਸੇ ਮੰਗਾਉਣ ਲਈ। ਉਹ ਯਾਰ ਅਸੀਂ ਤਾਂ ਮੁੱਕਰਦੇ ਨਹੀਂ ਭਰਾਵਾ, ਅਸੀਂ ਤਾਂ ਵੇਖ ਛਾਤੀ ਤੇ ਹੱਥ ਮਾਰ ਕੇ ਪਰਮਜੀਤ ਸਿੰਘ ਕਾਲੀ ਕਹਿੰਦਾ ਵੀ ਜਿਹੜੇ ਵੀ ਪੰਥਕ ਕਾਰਜ ਕਰਦੇ ਸੰਗਤ ਦੇ ਸਹਿਯੋਗ ਨਾਲ ਹੁੰਦੇ ਨੇ। ਮੇਰੀ ਟਾਇਰਾਂ ਦੀ ਦੁਕਾਨ ਆ, ਛੋਟਾ ਜਿਹਾ ਮੇਰਾ ਕਾਰੋਬਾਰ ਆ, ਉਹਦੇ ਨਾਲ ਮੇਰਾ ਮਸਾਂ ਘਰ ਚੱਲਦਾ। ਮੇਰਾ ਪਰਿਵਾਰ 2 ਧੀਆਂ ਨੇ, ਬਜ਼ੁਰਗ ਮਾਂ ਬਾਪ ਆ,
है ना, मेरे घर के खर्चे ने, मेरे खर्चे ने, मेरे उस काम नाल तां मसा रोटी चलदी है मेरी। जे मैं गड्डियां का भी काम करना, मान ला शेयर परचेज का, वो किते मैं गड्डी एक अद्धी वेच दिना महीने 2 महीने च, उहदे नाल मेरी रोटी खर्चा ही चलदा। मैं उहदे चों आखां भी मैं पंथ के उत्ते पैसा वो ला ला, मैं नहीं ला सकदा। मैं दसवंध अपना जरूर कढ़दा होऊंगा, मेरा दसवंध 500 कढ़दा होवां, मैं 1000 कढ़दा होवां, इन्नी को मेरी समर्था हो सकती है। पर मैं लाख रुपया थोड़ी महीने का खर्चा कर लूँगा। इत्थे हुण किसी गरीब सिख का घर बनाना होवे, वो तो 2 लाख रुपया लगना होऊगा, अकाली कित्थों ला लूगा जेब चों? बिल्कुल नहीं ला सकता। संगत के पैसे नाल हुंदा। असीं तां हक एक दे हत्थ मार के आने, तू ही कह, पता लगे भी सच का प्रचार कर रणजीत सिंह ढड्डियां वाला, सच का प्रचार कर रणजीत सिंह ढड्डियां वाला, छाती का हत्थ मार के रणजीत सिंह ढड्डियां वाला ये गल कहे भी मैं संगत दे पैसे दे नाल ऐश कर रहा। ये गल रणजीत सिंह ढड्डियां वाला कहे कि संगत के पैसे नाल लग्जरी लाइफ जिउंदा ढड्डियां वाला। गड्डियां महंगियां महंगियां गड्डियां, आलीशान कमरे, गद्दे, आलीशान बाथरूम, स्विमिंग पूल, 2-2 लाख के कुत्ते, सिक्योरिटियां, खर्चे कित्थों हो रहे हैं सारा? ये भी तो भाई फिर पुजारीवाद ही है ना। फिर तुसीं वखरा की कर रहे हो? तुसीं पुजारी नालों वखरा की कर रहे हो? जिन्होंने तुसीं पुजारी कहते हो, तुहाडी भाषा 'च गल करिए, फिर तुसीं उन्हां पुजारियां नालों वखरा की कर रहे हो? कर तां तुसीं भी संगत के पैसे नाल सब कुछ रहे हो, ऐश तां तुसीं भी संगत के पैसे नाल कर रहे हो। तुसीं वखरा की कर रहे हो भाई? वखरा तां यह हुंदा कि तुसीं अपनी किरत करो, किरत करन तो बाद जिहड़े पैसे तुसीं कमाउने हो उहदे नाल प्रचार करो, ये वखरा हो जाऊगा। बिल्कुल किसी को रुपया नहीं लेना। रणजीत सिंह ढड्डियां वाला अज ऐलान क्यों नहीं कर दिंदा कि संगत नूं बेनती है कि अज तो बाद रणजीत सिंह ढड्डियां वाले नूं 1 रुपया भी कोई नहीं दऊगा। बिल्कुल दान नहीं देना रणजीत सिंह ढड्डियां वाले नूं, क्योंकि वो वखरे चलते हैं संबंध नालों, क्योंकि पुजारीवाद का हिस्सा नहीं हैगे। वो तां किरत कमाई वाले ने, वो तां अज तो बाद किरत करनगे, अपनी किरत करके जिहड़ा वो पैसा कमाउणगे, क्योंकि उन्होंने परिवार चलो नहीं हैगा, उन्होंने ब्याह नहीं कराया, गृहस्थी नहीं हैगे बेहंगम ने, इस करके वो जिन्ना पैसा कमाउणगे वो सारा अपने प्रचार ते खर्चणगे। है ना? ਜਿਹੜੇ नौजवानों ਨੂੰ ਤੂੰ ਗੁੰਮਰਾਹ ਕਰ ਰਿਹਾ, ਜਿਹੜੀ ਜਵਾਨੀ ਨੂੰ ਗੁੰਮਰਾਹ ਕਰ ਰਿਹਾ, ਸਿੱਖਾਂ ਨੂੰ ਗੁੰਮਰਾਹ ਕਰ ਰਿਹਾ, ਮੈਨੂੰ ਨਹੀਂ ਸਮਝ ਆਉਂਦੀ ਵੀ ਉਹ ਕਿਹੜੀ ਗੱਲੋਂ ਤੇਰੇ ਪਿੱਛੇ ਲੱਗੇ ਹੋਏ ਨੇ। ਉਹ ਤੈਨੂੰ ਸਵਾਲ ਕਿਉਂ ਨਹੀਂ ਕਰਦੇ ਵੀ ਜਿਹੜੇ ਸਵਾਲ ਤੂੰ ਲੋਕਾਂ ਨੂੰ ਕਰਦਾ, ਜਿਹੜੇ ਕਟਾਕਸ਼ ਤੂੰ ਲੋਕਾਂ ਤੇ ਕਰਦਾ ਵਾ, ਜਿਹੜੇ ਤੈਨੂੰ ਮੰਨਦੇ ਨੇ। ਅਜੀਤ ਸਿੰਘ ਉਦੋਂ ਤੂੰ ਫੋਨ ਤੇ ਪਤਾ ਨਾ ਮੁੜ ਕੇ ਕੀ ਕਹਿੰਦਾ ਸੀਗਾ, ਚਲ ਤੇਰੇ ਵੱਲ ਬਾਅਦ ਚ ਹੁੰਦੇ ਆ, ਮੈਨੂੰ ਸਿੰਘ ਨੇ ਹੁਕਮ ਕੀਤਾ ਵੀ ਮੈਂ ਕਮੈਂਟ ਦਾ ਜਵਾਬ ਨਹੀਂ ਦੇਣਾ, ਬਾਅਦ ਚ ਦਿੰਦਾ ਜਵਾਬ ਤੈਨੂੰ। ਜਿਹੜੇ ਤੈਨੂੰ ਸੁਣਦੇ ਨੇ ਇਹ ਤੈਨੂੰ ਸਵਾਲ ਕਿਉਂ ਨਹੀਂ ਕਰਦੇ, ਤੇ ਤੂੰ ਇਹਨਾਂ ਨੂੰ ਫਿਰ ਠੋਕ ਕੇ ਕਹਿੰਦਾ ਕਿਉਂ ਨਹੀਂ ਵੀ ਭਾਈ ਮੈਂ ਤੇ ਪੈਸਾ ਨਹੀਂ ਲੈਣਾ, ਅੱਜ ਤੋਂ ਬਾਅਦ ਤੁਸੀਂ ਆਓ ਇੱਥੇ, ਮੈਂ ਲੰਗਰ ਵੀ ਛਕਾਊਂ, ਤੁਹਾਨੂੰ ਰਹਿਣ ਵਾਸਤੇ ਕਮਰੇ ਵੀ ਦਊਂ, ਪਰ ਮੈਨੂੰ ਪੈਸਾ ਨਾ ਦਿਓ, ਕਿਉਂਕਿ ਮੈਂ ਪੁਜਾਰੀ ਨਹੀਂ ਹੈਗਾ। ਮੈਂ ਤਾਂ रणजीत सिंह ढड्डियां वाला वां ਜਿਹੜਾ ਡਿਵੈਲਪ ਹੋ ਗਿਆ ਵਾਂ। ਕਿਹੜੀਆਂ ਗੱਲਾਂ ਕਰਦੇ ਆ रणजीत सिंह जी, ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ? ਇੱਕ ਪ੍ਰਚਾਰਕ ਹੋ, ਤੁਸੀਂ ਇੱਕ ਸਥਾਨ ਚਲਾ ਰਹੇ ਹੋ, ਸੰਸਥਾ ਚਲਾ ਰਹੇ ਹੋ, ਤੇ ਸੰਸਥਾ ਸੰਗਤ ਦੇ ਪੈਸੇ ਨਾਲ ਚੱਲਦੀਆਂ ਹੁੰਦੀਆਂ ਨੇ। ਜਿਨ੍ਹਾਂ ਸੰਸਥਾਵਾਂ ਨੂੰ ਤੁਸੀਂ ਭੰਡਦੇ ਹੋ ਨਾ ਰੋਜ਼ ਸਾਰੀ ਦਿਹਾੜੀ ਛੱਜ ਲੈ ਕੇ, ਤੇ ਪਿੱਟੀ ਜਾਂਦੇ ਹੋ, ਪਿੱਟੀ ਜਾਂਦੇ ਹੋ, ਰੋਈ ਜਾਂਦੇ ਹੋ। ਉਹ ਸੰਸਥਾਵਾਂ ਦੇ ਇਤਿਹਾਸ ਪੜ੍ਹੋ ਪਹਿਲਾਂ ਜਾ ਕੇ, ਉਹਨਾਂ ਦੀ ਦੇਣ ਪੜ੍ਹੋ ਪੰਥ ਨੂੰ ਕੀ ਆ, ਉਹਨਾਂ ਮਹਾਂਪੁਰਖਾਂ ਦੀ ਦੇਣ ਪੜ੍ਹੋ ਪੰਥ ਨੂੰ ਕੀ ਆ, ਜਿਨ੍ਹਾਂ ਮਹਾਂਪੁਰਖਾਂ ਨੂੰ ਤੁਸੀਂ ਅੱਜ ਭੰਡਦੇ ਹੋ। ਬਾਬਾ ਨੰਦ ਸਿੰਘ ਵਰਗੀ, ਬਾਬਾ ਈਸਰ ਸਿੰਘ ਵਰਗੀ, ਮਹਾਰਾਜ ਵਰਗੇ ਮਹਾਂਪੁਰਖਾਂ ਨੂੰ, ਜਿਨ੍ਹਾਂ ਦਾ ਜੀਵਨ ਪੜ੍ਹ ਕੇ ਵੇਖ, ਬਾਬਾ ਨੰਦ ਸਿੰਘ ਦਾ ਜੀਵਨ ਪੜ੍ਹ ਕੇ ਤੇ ਅੱਖਾਂ ਖੁੱਲ ਜਾਣਗੀਆਂ ਤੇਰੀਆਂ। ਉਹ ਤੇਰੇ ਨੂੰ ਗੱਦਿਆਂ ਦੇ, ਮਖਮਲੀ ਗੱਦਿਆਂ ਤੇ ਉਹ ਗੱਡੀਆਂ 'ਚ ਵੀ ਤੌਲੀਆਂ ਵਿਛਾ ਕੇ ਨਹੀਂ ਸੀ ਬਹਿੰਦੇ ਹੁੰਦੇ। ਕਿਸੇ ਨੂੰ ਗੱਲ ਕਰ ਦੇਣੀ ਬੜੀ ਸੌਖੀ ਹੁੰਦੀ रणजीत सिंह जी, ਪਰ ਤੁਸੀਂ ਖੁਦ ਉਸ ਗੱਲ ਦੇ ਉੱਤੇ ਪੂਰੇ ਹੋ, ਇਹ ਜ਼ਰੂਰੀ ਆ। ਤੁਸੀਂ ਕਹਿੰਦੇ ਹੋ ਮੈਂ ਜਾਗਰੂਕ ਹੋ ਗਿਆ ਵਾਂ, ਮੇਰਾ ਦਿਮਾਗ ਡਿਵੈਲਪ ਹੋ ਗਿਆ ਵਾ, ਮੈਂ ਕੁਝ ਵੱਖਰਾ ਕਰ ਰਿਹਾ ਦੁਨੀਆ ਤੋਂ। ਫਿਰ ਕਰੋ ਵੱਖਰਾ ਭਾਈ, ਵੱਖਰਾ ਤਾਂ ਫਿਰ ਇਹੀ ਹੋਊਗਾ ਨਾ ਵੀ ਗੁਲਕ ਚੱਕੋ ਗੁਰੂ ਘਰ ਚੋਂ, ਐਲਾਨ ਕਰ ਦਿਓ ਪਰਮੇਸ਼ਰ ਦਰਬਾਰ ਵਿੱਚ, ਅੱਜ ਤੋਂ ਬਾਅਦ रणजीत सिंह ढड्डियां ਵਾਲੇ ਨੂੰ ਕੋਈ 1 ਰੁਪਈਆ ਵੀ ਦਾਨ ਨਹੀਂ ਦਊਗਾ। ਸੰਗਤ ਦਾ ਪੈਸਾ रणजीत सिंह ढड्डियां ਵਾਲਾ ਨਹੀਂ ਵਰਤੂਗਾ, ਸਪਸ਼ਟ ਕਰ ਦਿਓ। ਜੇ ਸਵਾਲ ਕਰਦੇ ਆ ਤੁਹਾਡੇ ਜਿਹੜੀਆਂ ਤੁਹਾਨੂੰ ਆ ਮੰਨਣ ਵਾਲੇ, ਫਿਰ ਤੁਸੀਂ ਕਹਿੰਦੇ ਭੇਡਾਂ ਕਹਿੰਦੇ ਆ। ਸਿਆਣਾ ਬੰਦਾ ਲੌਜਿਕ ਨਾਲ ਗੱਲ ਕਰੂਗਾ, ਭੇਡ ਜਿਹੜੀ ਹੋਊਗੀ ਨਾ ਉਹ ਡਿਫੈਂਡ ਕਰਨ ਲੱਗ ਜੂਗੀ। ਆਖੇ ਇੱਕ ਦਾ ਮੈਨੂੰ ਜਵਾਬ ਆਇਆ, ਆਖੇ ਜੇ रणजीत सिंह ढड्डियां ਵਾਲੇ ਨੂੰ ਪੈਸੇ ਦੇਣ, ਅਸੀਂ ਉਹਨੂੰ ਪਿਆਰ ਕਰਦੇ ਆ, ਅਸੀਂ ਉਹ ਸਤਿਕਾਰ ਕਰਦੇ ਆ, ਅਸੀਂ ਤਾਂ ਉਹਨੂੰ ਪੈਸੇ ਦਿੰਦੇ ਆ। ਤੇ ਕਿਉਂ? ਸੰਪਰਦਾਵਾਂ ਨੂੰ ਲੋਕ ਪਿਆਰ ਨਹੀਂ ਕਰਦੇ?
ਸੰਪਰਦਾਵਾਂ ਦਾ ਲੋਕ ਸਤਿਕਾਰ ਨਹੀਂ ਕਰਦੇ? ਦੱਸਦਾ ਨਹੀਂ। ਸੰਪਰਦਾਵਾਂ ਨੂੰ ਲੋਕ ਪਿਆਰ ਨਹੀਂ ਕਰਦੇ, ਮਹਾਂਪੁਰਖਾਂ ਨੂੰ ਪਿਆਰ ਨਹੀਂ ਕਰਦੇ, ਜਥੇਬੰਦੀਆਂ ਨੂੰ, ਦਲ ਪੰਥਾਂ ਨੂੰ ਲੋਕ ਪਿਆਰ ਨਹੀਂ ਕਰਦੇ, ਸਤਿਕਾਰ ਨਹੀਂ ਕਰਦੇ ਉਹਨਾਂ ਦਾ, ਜਿਹਨਾਂ ਨੂੰ ਪੈਸੇ ਦਿੰਦੇ ਨੇ। ਤਾਂ ਘੱਟੋ ਘੱਟ ਉਹਨਾਂ ਸੰਪਰਦਾਵਾਂ ਨਾਲ, ਦਲ ਪੰਥਾਂ ਨਾਲ, ਜਥੇਬੰਦੀਆਂ ਨੇ ਲੋਕਾਂ ਦਾ ਦਿਮਾਗ ਤਾਂ ਨਹੀਂ ਪੁੱਠੇ ਬੰਨੇ ਲਾਤਾ ਵੀ ਇਹ ਤਾਂ ਨਹੀਂ ਕਹਿਤਾ ਵੀ ਕੋਈ ਗੱਲ ਨਹੀਂ, ਕੇਸ ਰੱਖਣੇ ਨਾ ਰੱਖੋ, ਇਹ ਜ਼ਰੂਰੀ ਨਹੀਂ ਹੈਗੇ। ਫਿਰ ਦਸਮ ਪਾਤਸ਼ਾਹ ਨੂੰ ਕਿੱਥੇ ਖੜਾ ਕਰਦਾ ਤੂੰ? ਦਸਮ ਪਾਤਸ਼ਾਹ ਨੇ ਕਿਹਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਇਹਨੂੰ ਮੰਨਦਾ ਵਾ ਕਿ ਨਹੀਂ ਮੰਨਦਾ ਭਰਾਵਾ? ਇਹ ਵੀ ਦੱਸ ਦੀ ਵੀ ਤੂੰ ਇਸ ਗੱਲ ਨੂੰ ਮੰਨਦਾ ਵੀ ਹੈ ਕਿ ਨਹੀਂ, ਵੀ ਪਾਤਸ਼ਾਹ ਨੇ ਕਿਹਾ ਵੀ ਕਿ ਨਹੀਂ ਕਿਹਾ? ਕਿਉਂਕਿ ਤੇਰੇ ਜਿਸ ਤਰ੍ਹਾਂ ਬੰਦੇ ਨੇ ਜਿਹਨੇ ਵਾਲ ਕਟਾਏ ਸੀਗੇ, ਇਹ ਤਾਂ ਕਹਿੰਦਾ ਸੀ ਦਸਮ ਪਾਤਸ਼ਾਹ ਨੇ ਅੰਮ੍ਰਿਤ ਵੀ ਨਹੀਂ ਸੁਕਾਇਆ। ਉਹ ਤਾਂ ਕਹਿੰਦਾ ਦਸਮ ਪਾਤਸ਼ਾਹ ਨੇ ਅੰਮ੍ਰਿਤ ਦਾ ਬਾਟਾ ਤਿਆਰ ਹੀ ਨਹੀਂ ਕੀਤਾ। ਤੇ ਭਰਾਵਾ ਸਾਨੂੰ ਇਹ ਵੀ ਸਪਸ਼ਟ ਕਰਦੇ ਵੀ ਦਸਮ ਪਾਤਸ਼ਾਹ ਨੇ ਕਿਹਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਪੈਸੇ ਤੂੰ ਕਹਿੰਦਾ ਢੱਡੀਆਂ ਵਾਲਾ ਵੀ ਕਾਲੀ ਨੂੰ ਪੈਸੇ ਆਉਂਦੇ ਨੇ ਬਾਹਰੋਂ। ਆ ਵੇਖ ਭਰਾਵਾ, ਮੈਂ ਤਾਂ ਨਵਾਂ ਪਰਸ ਲੈ ਕੇ ਆਇਆ, ਦਿਖਾਈ ਪਰਸ ਲਿਆਇਆ ਨਵਾਂ। ਵੇਖ ਪਰਸ, ਪੈਸੇ ਬਹੁਤ ਆਉਣ ਲੱਗ ਗਏ ਸੀਗੇ ਤੇ ਪਰਸ ਮੇਰਾ ਉਦੋਂ ਚੋਰੀ ਹੋ ਗਿਆ ਸੀ। ਤੇ ਆ ਫਿਰ ਨਵਾਂ ਪਰਸ ਮੇਰੀ ਸਿੰਘਣੀ ਲਿਆ ਕੇ ਦਿੱਤਾ ਅੱਜ ਮੈਨੂੰ। ਤੇ ਪੈਸੇ ਆ ਵੇਖ ਮੈਂ ਪਾਉਣ ਲੱਗਾ ਵੇਚੇ ਦੇ, ਬੜੇ ਪੈਸੇ ਆਉਂਦੇ ਨੇ ਕਾਲੀ ਨੂੰ। ਹੁਣ ਉਹ ਗੱਲ ਕਰਨ ਤੋਂ ਪਹਿਲਾਂ ਨਾ ਸੋਚੀਦਾ ਹੁੰਦਾ, ਆਪਣੀ ਸੋਟਾ ਮਾਰ ਪੀੜੀ ਥੱਲੇ ਵੀਰ, ਵੀ ਤੂੰ ਕੀ ਕਰ ਰਿਹਾ? ਕਿ ਤੈਨੂੰ ਸੰਗਤ ਦੇ ਪੈਸੇ ਤੋਂ ਬਿਨਾਂ ਤੂੰ ਇੱਕ ਕਦਮ ਨਹੀਂ ਪੱਟ ਸਕਦਾ, ਦਸਵੰਧ ਤੋਂ ਬਿਨਾਂ ਤੂੰ ਪੈਰ ਨਹੀਂ ਪੁੱਟ ਸਕਦਾ। ਰਣਜੀਤ ਸਿੰਘ, ਆ ਜਿਹੜੀਆਂ YouTube ਤੇ ਵੀਡੀਓ ਪਾਉਣਾ ਨਾ ਤੂੰ ਵੱਡੀਆਂ ਵੱਡੀਆਂ ਬਣਾ ਕੇ, ਇਹਨਾਂ ਦੇ ਮਹਿੰਗੇ ਮਹਿੰਗੇ ਕੈਮਰੇ ਲੱਖੇ ਨੇ, ਸੈਟਅਪ ਲਾਏ ਨੇ, ਇਹ ਸਭ ਕੁਝ ਸੰਗਤ ਦੇ ਪੈਸੇ ਨਾਲ ਹੀ ਆ। ਆ ਜਿਹੜੀ YouTube ਤੋਂ ਕਮਾਈ ਕਰ ਰਿਹਾ ਵੀ ਸੰਗਤ ਦੀ ਕਮਾਈ ਆ। ਲੋਕ ਫਿਰ ਉੱਥੇ ਗੱਲ ਆ ਗਈ ਵੀ ਲੋਕ ਤੈਨੂੰ ਸੁਣਦੇ ਨੇ, ਵਿਊ ਹੁੰਦੇ ਨੇ, ਤਾਂ ਹੀ ਤਾਂ ਪੈਸੇ ਆਉਂਦੇ ਨੇ ਨਾ YouTube ਤੋਂ। ਤੇ ਤੂੰ ਬੋਲਦਾ ਕਿਉਂ, ਇੱਦਾਂ ਦੀਆਂ ਗੱਲਾਂ ਕਿਉਂ ਕਰਦਾ? ਤੈਨੂੰ ਪਤਾ ਲੋਕ ਕਾਨਰਾਸ ਵਾਲੇ ਨੇ, ਮੈਂ ਵਿਵਾਦਤ ਗੱਲਾਂ ਕਰੂੰਗਾ ਤਾਂ ਲੋਕ ਸੁਣਨਗੇ। ਜੇ ਗੁਰਬਾਣੀ ਦੀ ਗੱਲ ਕਰੂੰਗਾ ਤਾਂ ਸਿਰਫ ਸਰੋਤਿਆਂ ਨੇ ਸੁਣਨਾ, ਕਾਨਰਾਸ ਵਾਲੇ ਨੇ ਨਹੀਂ ਸੁਣਨਾ, ਸਿਰਫ ਸਰੋਤਿਆਂ ਨੇ ਸੁਣਨਾ। ਜਿਹੜੇ ਗੁਰਬਾਣੀ ਨੂੰ, ਗੁਰਮਤ ਨੂੰ ਸੋਝੀ ਰੱਖਦੇ ਹੋਣਗੇ ਉਹ ਸੁਣਨਗੇ। ਮੈਂ ਪ੍ਰੈਕਟੀਕਲ ਦੱਸਦਾ ਤੈਨੂੰ, ਆ ਮੇਰੀ ਇਹ ਵੀਡੀਓ ਚੱਕ ਲੈ ਮੇਰੇ ਪੇਜ ਤੇ। ਮੈਂ ਕੋਈ ਐਡਾ ਵੱਡਾ ਕੋਈ ਪ੍ਰਚਾਰਕ ਨਹੀਂ ਨਾ, ਮੈਂ ਤੇਰੇ ਨੂੰ, ਮੇਰੇ ਕੋਲ ਸੈਟਅਪ ਨੇ ਵੱਡੇ ਵੱਡੇ, ਆਪਣੇ ਫੋਨ ਦੇ ਉੱਤੇ ਲਾਈਵ ਕਰ ਰਿਹਾ। ਤੇ ਆ ਪਿੱਛੇ ਮੇਰੀਆਂ ਵੀਡੀਓ ਪਈਆਂ ਨੇ 20-20 ਲੱਖ, 15-15 ਲੱਖ, 10-10 ਲੱਖ ਵਿਊ ਨੇ ਵੀਡੀਓ ਦੇ ਉੱਤੇ। ਕਿਹੜੀ ਗੱਲੋਂ? ਕਿਉਂਕਿ ਉਹ ਜਿਹੜੀਆਂ ਵੀਡੀਓ ਨੇ ਬੜੀਆਂ ਗਰਮ ਨੇ। ਉਹਦੇ 'ਚ ਮੈਂ ਕਿਸੇ ਦੀ ਰੀਲ ਬਣਾ ਰਿਹਾ, ਮੰਨ ਲਾ ਐਗਜ਼ਾਮਪਲ ਹੈ ਨਾ, ਉਹਦੀ ਕਲਾਸ ਲਾ ਰਿਹਾ, ਉੱਥੇ ਬੜੇ ਵਿਊ ਹੋ ਗਏ। ਪਰ ਇੱਥੇ ਮੈਂ ਹੁਣੇ ਅੱਜ ਮੈਂ ਗੁਰਮਤ ਦੀ ਗੱਲ, ਕੋਈ ਗੁਰਬਾਣੀ ਦੀ ਗੱਲ, ਜਪਜੀ ਸਾਹਿਬ ਸੁਣਾਉਣ ਲੱਗ ਜਾ, ਇੱਥੇ ਪੜ੍ਹਨ ਲੱਗ ਜਾ, ਜਾਂ ਕੋਈ ਵਿਸਾਖੀ ਸੁਣਾਉਣ ਲੱਗ ਜਾ, ਮੈਨੂੰ ਪਤਾ ਉੱਥੇ 1000 ਬੰਦੇ ਨੇ ਨਹੀਂ ਵੇਖਣਾ, ਕਿਉਂਕਿ ਸਰੋਤਿਆਂ ਨੇ ਸੁਣਨਾ, ਕਾਨਰਾਸ ਵਾਲੇ ਨੇ ਨਹੀਂ ਸੁਣਨਾ। ਫਿਰ ਤੇ ਕਾਨਰਾਸ ਵਾਲੇ ਨੇ ਸੁਣਨਾ ਸਿਰਫ ਉਹ ਜਿਹੜਾ ਢੱਡਰੀਆਂ ਵਾਲਾ ਵਿਵਾਦਤ ਗੱਲਾਂ ਕਰੂਗਾ, ਜਾਣ ਬੁੱਝ ਕੇ। 24 ਘੰਟੇ ਮੈਨੂੰ ਲੱਗਦਾ ਤੂੰ ਫੇਸਬੁੱਕ ਤੇ ਬੈਠਾ ਰਹਿਣਾ। ਖਾਸ ਕਰਕੇ ਮੇਰੇ ਬਾਰੇ ਤਾਂ ਮੈਂ ਸਪਸ਼ਟ ਹੋ ਗਿਆ ਵਾ। ਅੱਗੇ ਤਾਂ ਮੈਨੂੰ ਥੋੜਾ ਡਾਊਟ ਸੀਗਾ, ਮੇਰੇ ਬਾਰੇ ਤੇ ਪੱਕਾ ਹੋ ਗਿਆ ਵੀ ਬੰਦੇ ਪੱਕੇ ਲਾਏ ਹੋਏ ਨੇ। ਆ ਨੇਕੀ ਨੇ ਤੇ ਤੂੰ ਤਾਂ ਬੰਦੇ ਪੱਕੇ ਲਾਏ ਨੇ ਵੀ ਕਾਲੀ ਕਿਹੜੇ ਵੇਲੇ ਕੀ ਬੋਲਦਾ, ਕੀ ਫੇਸਬੁੱਕ ਤੇ ਪਾਉਂਦਾ, ਕੀ ਲਿਖਦਾ, ਕੀ ਕਮੈਂਟ ਕਰਦਾ, ਉਹ ਸਾਰਾ ਧਿਆਨ ਰੱਖਿਆ ਕਰੋ, ਸਕਰੀਨਸ਼ਾਟ ਲਿਆ ਕਰੋ। ਬਾਅਦ 'ਚ ਆਪਾਂ ਬਾਅਦ ਵਿੱਚ ਉਹਦੇ ਬਾਰੇ ਬੋਲਾਂਗੇ। ਨੇਕੀ ਆਪਣਾ ਲੱਗਾ ਰਹਿੰਦਾ ਰੇਡੀਓ ਦੇ ਉੱਤੇ। ਇੱਕ ਉਹ ਤੇਰੇ ਜਿਹੜੇ ਉਹ ਇੱਥੇ ਹੋਰ ਫੇਸਬੁੱਕਾਂ ਦੇ ਆਈਡੀਆਂ ਬਣਾ ਕੇ ਬੈਠੇ ਨੇ, ਕੋਈ ਫੇਕ ਨੇ, ਕੋਈ ਦੂਜੇ ਨੇ, ਤੀਜੇ ਨੇ, ਉਹ ਵੱਖਰੇ ਲੱਗੇ ਰਹਿੰਦੇ ਆ। ਮੇਰੇ ਕੋਲ ਸਕਰੀਨਸ਼ਾਟ ਨੇ। ਆ ਪਿਛਲੇ ਮਹੀਨੇ ਨੇਕੀ ਤੇ ਕਾਲੀ ਕਾਲੀ ਕਰਦਾ ਰਿਹਾ, ਸਾਰੀ ਪਿੱਟਦਾ ਰਿਹਾ। ਤੇਰਾ ਵੀ ਪਿੱਛੇ ਰੋਣਾ ਮੈਂ ਸੁਣਦਾ ਰਿਹਾ। ਉਹ ਮੈਂ ਕੌਣ ਆ ਭਰਾ? ਮੇਰੇ ਤੋਂ ਕਾਹਤੋਂ ਟੈਨਸ਼ਨ ਤੁਹਾਨੂੰ ਨਹੀਂ? ਮੈਂ ਤੇ ਸਿੱਖ ਆਮ ਜਿਹਾ ਸੇਵਾਦਾਰ। ਮੈਂ ਅੱਜ ਹੈਗਾ, ਕੱਲ ਨਹੀਂ ਹੈਗਾ। ਮੇਰੀ ਕੀ ਔਕਾਤ ਆ? ਮੇਰੇ ਤੋਂ ਕਾਹਤੋਂ ਕਲਪਦਾ ਤੂੰ? ਮੈਨੂੰ ਕੋ ਜਵਾਬ ਦੇਣਾ ਤੂੰ? ਇਸ ਕਰਕੇ ਕਿਸੇ ਦੇ ਉਂਗਲ ਚੱਕਣ ਤੋਂ ਪਹਿਲਾਂ ਆਪਣੇ ਕੰਨੀ ਝਾਤ ਮਾਰੀ ਹੁੰਦੀ ਆ, ਮੈਂ ਕਿੱਥੇ ਖੜਿਆ। ਦੂਜਾ, ਇੱਕ ਗੱਲ ਤੋਂ ਕੀਤੀ ਸੀ, ਉਹ ਕਾਲੀ ਕਦੀ ਗੁਰਬਾਣੀ ਪੜ੍ਹੀ ਆ? ਬਿਲਕੁਲ ਗੁਰਬਾਣੀ ਪੜ੍ਹੀ ਆ। 10 ਸਾਲ ਦਾ ਸੀਗਾ, 10 ਸਾਲ ਦਾ ਜਦੋਂ ਸੰਥਿਆ ਸ਼ੁਰੂ ਕਰਦੀ ਸੀਗੀ। 10 ਸਾਲ ਦਾ ਸੀ ਜਦੋਂ ਸੰਥਿਆ ਸ਼ੁਰੂ ਕਰਦੀ ਸੀ ਗੁਰਬਾਣੀ ਦੀ। ਤੇਰੇ ਵਾਂਗੂ ਨਹੀਂ ਵੀ ਢੋਲਕੀਆਂ ਕੁੱਟ ਕੁੱਟ ਕੇ ਇੱਥੇ ਪਹੁੰਚ ਗਿਆ। ਜਿਹੜੀ ਮੈਂ ਤੇਰੀ ਕਹਾਣੀ ਸੁਣੀ ਹੈ ਸਾਰੀ, ਵੀ ਐਵੇਂ ਬੈਠੇ ਸੀ ਜੀ, ਮੈਂ ਸ਼ਬਦ ਸੁਣਾਤਾ ਜੀ, ਲੋਕਾਂ ਨੇ ਕਹਿਤਾ ਜੀ ਰਣਜੀਤ ਸਿੰਘ ਕਿੰਨੀ ਸੋਹਣੀ ਆਵਾਜ਼ ਆ, ਲੋਕਾਂ ਨੇ ਮੈਨੂੰ ਢੱਡੀਆਂ ਵਾਲਾ ਬਣਾਤਾ। ਸਾਨੂੰ ਨਹੀਂ ਕਿਸੇ ਨੇ ਢੱਡੀਆਂ ਵਾਲਾ ਬਣਾਇਆ, ਨਾ ਅਸੀਂ ਬਣਨਾ, ਕਿਉਂਕਿ ਅਸੀਂ ਗੁਰਮਤ ਦੀ ਹੀ ਗੱਲ ਕਰਨੀ ਹੈ। ਕਲਪਿਆ ਨਾ ਕਰ, ਨਾਲੇ ਰੋਇਆ ਨਾ ਕਰੋ। ਮੈਂ ਇਹ ਗੱਲ ਤੁਹਾਨੂੰ ਕਹਾਂ ਸਾਰਿਆਂ ਨੂੰ, ਜਿਹੜੇ ਇਹਨੂੰ ਮੰਨਦੇ ਹੋ, ਕਲਪਿਆ ਰੋਇਆ ਨਾ ਕਰੋ। ਚੰਗਾ, ਲੌਜੀਕਲੀ ਗੱਲ ਕਰਿਆ ਕਰੋ, ਕਿਉਂਕਿ ਤੁਸੀਂ ਲੌਜਿਕ ਨਾਲ ਗੱਲ ਕਰਦੇ ਹੋ ਤੇ ਲੌਜਿਕ ਨਾਲ ਜਵਾਬ ਦਿਆ ਕਰੋ ਗੱਲਾਂ ਦੇ। ਕਲਪਿਆ ਨਾ ਕਰੋ, ਪਿੱਟਿਆ ਨਾ ਕਰੋ, ਕਿਉਂਕਿ ਹੱਲ ਨਹੀਂ ਹੈਗਾ ਨਾ ਇਹ। ਇਹਦੇ ਨਾਲ ਗੱਲ ਨਹੀਂ ਨਾ ਬਣਨੀ, ਜਵਾਬ ਦੇਣੇ ਪੈਣੇ ਤੁਹਾਨੂੰ। ਅਸੀਂ ਸਵਾਲ ਕਰੀ ਜਾਣਾ, ਜਿੰਨ 'ਚ ਸਾਨੂੰ ਸਾਡਾ ਜਵਾਬ ਨਹੀਂ ਮਿਲਦਾ। ਸਾਨੂੰ ਸਵਾਲ ਕਰਦੇ ਹੋ ਨਾ, ਸਾਨੂੰ ਮਾਰਦੇ ਹੋ ਨਾ ਮਿਹਣੇ,
ਅਸੀਂ ਫਿਰ ਦਿੰਦੇ ਹਾਂ ਨਾ ਜਵਾਬ ਠੋਕ ਕੇ, ਜਿਵੇਂ ਮੇਰਾ ਮਾਰਿਆ ਸੀ। ਹੁਣ ਗੁਰਦਾਸ ਮਾਨ ਵੱਲ ਮੂੰਹ ਕਰੋ, ਕਰ ਲਿਆ ਮੂੰਹ ਫਿਰ ਗੁਰਦਾਸ ਮਾਨ ਵੱਲ। ਹੁਣ ਕੀ ਹੋ ਗਿਆ? ਹੁਣ ਤੇਰੇ ਹਿਸਾਬ ਨਾਲ ਚੱਲੀਏ, ਆ ਪਰਸੋਂ ਫਿਰ 3 ਦਿਨ ਪਹਿਲਾਂ 4 ਦਿਨ ਪਹਿਲਾਂ ਇੱਕ ਜੋੜੀ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਖਾੜਾ ਲਾਇਆ ਸੀਗਾ, ਫਿਰ ਉਹਨੂੰ ਜਾ ਕੇ ਮਾਫ਼ ਕਰ ਦਈਏ ਭਾਈ, ਹੈ ਨਾ? ਤੇਰੇ ਹਿਸਾਬ ਨਾਲ ਚੱਲੀਏ ਤੇ ਫਿਰ ਐਲਾਨ ਕਰ ਦਈਏ ਵੀ ਭਾਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੱਚਰ ਗਾਇਕ ਆਉਣ, ਆ ਕੇ ਉੱਥੇ ਬੋਲਣ, ਗੰਦਮੰਦ ਜੋ ਜੀ ਕਰਦਾ ਬੋਲੀ ਜਾਣ, ਕੋਈ ਗੱਲ ਨਹੀਂ, ਕੋਈ ਮਰਿਆਦਾ ਨੂੰ ਢਾਹ ਨਹੀਂ ਲੱਗਦੀ, ਚੜ੍ਹਦੀ ਕਲਾ ਨੱਪੀ ਜੱਕੋ, ਹੈ ਨਾ? ਇੱਦਾਂ ਕਰ ਦਈਏ ਫਿਰ ਤੂੰ ਖੁਸ਼, ਕਿਉਂਕਿ ਫਿਰ ਤੇਰੇ ਹਿਸਾਬ ਨਾਲ ਜਾਗਰੂਕ ਹੋ ਜਾਵਾਂਗੇ ਅਸੀਂ, ਹੈ ਨਾ? ਅਸੀਂ ਡਿਵੈਲਪ ਹੋ ਜਾਵਾਂਗੇ। ਤੇਰੇ ਹਿਸਾਬ ਨਾਲ ਅਸੀਂ ਡਿਵੈਲਪ ਹੋ ਜਾਵਾਂਗੇ, ਕਿਉਂਕਿ ਅਸੀਂ ਗੁਰਮਤ ਤੋਂ ਉਲਟ ਚੱਲਣ ਲੱਗ ਪਾਂਗੇ। ਅਸੀਂ ਕਹਿ ਦਾਂਗੇ ਵੀ ਗੁਰਮਤ ਦੀ ਗੱਲ ਨਹੀਂ ਕਰਨੀ, ਕਿਉਂਕਿ ਰਣਜੀਤ ਸਿੰਘ ਢੱਡੀਆਂ ਵਾਲਾ ਕਹਿੰਦਾ ਵਾ ਵੀ ਡਿਵੈਲਪ ਹੋ ਜਾਓ, ਗੁਰਮਤ ਨੂੰ ਪਾਸੇ ਰੱਖ ਦਿਓ। ਦੂਜੀ ਗੱਲ ਕਹਿੰਦਾ ਅਸੀਂ ਗੁਰਬਾਣੀ ਪੜ੍ਹੀ ਕਿ ਨਹੀਂ ਪੜ੍ਹੀ ਕਦੀ। ਇਸ ਵਿਸ਼ੇ ਤੇ ਮੇਰਾ ਕੋਈ ਹੰਕਾਰ ਨਹੀਂ, ਮੈਨੂੰ ਤਾਂ ਕੋਈ ਭਰਾਵਾ, ਮੈਂ ਕੋਈ ਗਿਆਨੀ ਨਹੀਂ, ਨਾ ਮੈਂ ਕੋਈ ਕਥਾਵਾਚਕ, ਨਾ ਕੋਈ ਪ੍ਰਚਾਰਕ, ਕਾਮ ਸੇਵਾਦਾਰ, ਪਰ ਗੁਰਮਤ ਦੀ ਗੱਲ ਕਰਦਾ ਨਾ, ਜਿਹੜੀ ਪੰਕਤੀ ਦੀ ਤੂੰ ਗੱਲ ਕਰਦਾ ਸੀਗਾ, ਜਿਹੜੀ ਤੂੰ ਕਹਿੰਦਾ ਸੀ ਵੀ ਮੈਨੂੰ ਇਹਨੇ ਕਹਿ ਦਿੱਤਾ ਅਕਾਲੀ ਨੇ ਵੀ ਹੋਰ ਰਾਹ, ਉਸ ਪੰਕਤੀ ਦੇ ਅਰਥ ਕਰ ਪੂਰੇ ਸ਼ਬਦ ਦੇ, ਉਸ ਵਿਸ਼ੇ ਤੇ ਮੇਰੇ ਨਾਲ ਗੱਲ ਕਰਨੀ ਆ ਤੇ ਠੀਕ ਆ ਨਾ? ਉਹ ਵਿਸ਼ਾ ਮੇਰਾ ਅੱਜ ਤਾਂ ਹੈ ਨਹੀਂ ਆ, ਪਰ ਉਹਦੇ ਤੇ ਪੂਰੀ ਸ਼ਬਦ ਦੀ ਕਥਾ ਕਰ, ਫਿਰ ਉਹਦੇ ਅਰਥ ਕਰ, ਤੇ ਫਿਰ ਤੂੰ ਜੋ ਬੋਲ ਰਿਹਾ ਨਾ ਉਹ ਗਾਣਾ ਉਹਦਾ ਮਿਲਾ। ਕੋਈ ਗਿਆਨੀ ਧਿਆਨੀ ਸਿਆਣਾ ਬੰਦਾ ਭਾਲਾ, ਤੇ ਜਿਹੜਾ ਤੂੰ ਗਾਣਾ ਬਣਾ ਕੇ ਬੋਲ ਰਿਹਾ ਵਾ ਉਹ, ਤੇ ਜੋ ਗੁਰਬਾਣੀ ਦੇ ਵਿੱਚ ਉਹ ਪਵਿੱਤਰ ਸ਼ਬਦ ਦਰਜ ਆ, ਉਹ ਜੋ ਸਮਝਾਇਆ ਗੁਰੂ ਸਾਹਿਬ ਨੇ, ਉਹਦੀ ਗੱਲ ਕੀਤੀ ਆ, ਉਹਨੂੰ ਮਿਲਾ। ਮੈਂ ਤੇਰੇ ਕੋਲ ਯੂਜ਼ ਨਹੀਂ ਕਰਦਾ ਗੁਰਬਾਣੀ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਵਾਸਤੇ, ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ ਮੈਂ ਗੁਰਬਾਣੀ ਦੀ ਵਰਤੋਂ ਨਹੀਂ ਕਰਦਾ। ਮੇਰੀ ਆਦਤ ਨਹੀਂ ਹੈਗੀ ਕਦੀ ਵੀ ਕਿ ਮੈਂ ਗੁਰਬਾਣੀ ਦੀਆਂ ਪਵਿੱਤਰ ਪੰਕਤੀਆਂ ਦੀ ਵਰਤੋਂ ਕਰਾਂ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਵਾਸਤੇ। ਜਦੋਂ ਗੁਰਮਤ ਦੀ ਗੱਲ ਕਰੂੰਗਾ ਨਾ, ਗੁਰਬਾਣੀ ਦੀ ਗੱਲ ਕਰੂੰਗਾ, ਉਦੋਂ ਗੁਰਬਾਣੀ ਦੀ ਪੰਕਤੀ ਵੀ ਯੂਜ਼ ਕਰੂੰਗਾ, ਵਰਤੂੰਗਾ ਵੀ, ਉੱਥੇ ਕੋਡ ਵੀ ਕਰੂੰਗਾ ਗੁਰਬਾਣੀ ਦੀ ਪੰਕਤੀ। ਉਹਦੇ ਬਾਰੇ ਇੱਕ ਵੱਖਰੀ ਵੀਡੀਓ ਪਾ ਕੇ ਤੈਨੂੰ ਭੇਜ ਦੂੰਗਾ, ਉਹ ਵੀ ਸੁਣ ਲਈ, ਉਹਦਾ ਤੈਨੂੰ ਜਵਾਬ ਵੀ ਦੇ ਦੂੰਗਾ ਵੀ ਉੱਥੇ ਗੁਰੂ ਸਾਹਿਬ ਕੀ ਕਹਿੰਦੇ ਨੇ, ਤੇ ਜਿਹੜਾ ਤੂੰ ਗਾਣਾ ਬੋਲ ਰਿਹਾ ਵਾ ਉਹ ਗਾਣੇ ਦੇ ਅਰਥ ਕੀ ਨਿਕਲਦੇ ਨੇ। ਇੱਦਾਂ ਤੇ ਫਿਰ ਲੱਚਰਾਂ ਨੂੰ ਆਪਾਂ ਖੁੱਲ੍ਹ ਦੇ ਦਈਏ, ਉਹ ਤਾਂ ਚਾਹੁੰਦਾ ਵਾ, ਇਹ ਹੋਣਾ ਨਹੀਂ। ਇਹ ਡਾਂਗ ਇੱਦਾਂ ਹੀ ਖਲੋਤੀ ਰਹਿਣੀ ਹੈ। ਫਿਰ ਇਹ ਮੇਰੀ ਡਾਂਗ ਨਹੀਂ ਹੈਗੀ, ਇਹ ਡਾਂਗ ਪੰਥ ਦੀ ਹੈ, ਤੇ ਮੈਂ ਪੰਥ ਨਹੀਂ ਹੈਗਾ, ਮੈਂ ਪੰਥ ਨਹੀਂ ਹੈਗਾ। ਮੈਂ ਤੈਨੂੰ ਗੱਲ ਦੱਸਾਂ, ਤੈਨੂੰ ਜਿਹੜਾ ਤੂੰ ਕਹਿੰਦਾ ਨਾ ਵੀ ਇਹੀ ਪੰਥ ਨੇ, ਮੈਂ ਪੰਥ ਨਹੀਂ, ਅਕਾਲੀ ਪੰਥ ਨਹੀਂ। ਅਕਾਲੀ ਦੇ ਨਾਲ 100 ਬੰਦਾ ਖੜਾ, ਉਹ ਪੰਥ ਆ। 200 ਬੰਦਾ, 500 ਬੰਦਾ, 10 ਬੰਦੇ ਖੜੇ ਨੇ, ਉਹ ਪੰਥ ਆ। ਹਰ ਉਹ ਸਿੱਖ ਪੰਥ ਤੇ ਪੰਥ ਦਾ ਹਿੱਸਾ ਵਾ ਜਿਹੜਾ ਗੁਰਮਤ ਦੇ ਅਨੁਸਾਰ ਜੀਵਨ ਜਿਉਂਦਾ, ਜਿਹੜਾ ਗਲਤ ਨੂੰ ਗਲਤ ਕਹਿੰਦਾ, ਜਿੰਨਾ ਕੋ ਮਾਦਾ ਰੱਖਦਾ। ਕਾਂਗਰਸੀ ਨੇ ਇੱਕ 5 ਪਿਆਰੇ ਦੇ ਬਾਰੇ ਗੱਲ ਕੀਤੀ, ਹੁਣ ਕਿਉਂ ਨਹੀਂ ਤੇਰਾ ਮੂੰਹ ਖੁੱਲਾ? ਮੈਂ ਤਾਂ ਵੀਡੀਓ ਵੀ ਪਾਤੀ ਠੋਕ ਕੇ, ਮੈਂ ਜੋ ਕਰ ਜੋਗਾ ਸੀ ਕਰਤਾ। ਉਹਨੇ ਮਾਫੀ ਵੀ ਮੰਗ ਲਈ, ਜੋੜੇ ਵੀ ਸਾਫ਼ ਕਰ ਲਏ, ਆਪਣੀ ਗਲਤੀ ਰਿਅਲਾਈਜ਼ ਕਰ ਲਈ। ਤੂੰ ਕਿਉਂ ਨਹੀਂ ਬੋਲਦਾ? 328 ਸੂਪਾਂ ਦਾ ਤੁਸੀਂ ਹਿਸਾਬ ਲੈ ਲਿਆ, ਤੁਸੀਂ ਡਾਂਗਾ ਖਾ ਕੇ ਉੱਥੋਂ ਆਏ, ਤੇ ਡਾਂਗਾ ਕਿਹਨਾਂ ਨੇ ਮਾਰੀਆਂ? ਕੋਈ ਦੁਸ਼ਮਣ ਸੀਗੇ? ਆਪਣੇ ਸੀ ਨਾ, ਉਹ ਦੱਸਦਾ ਨਹੀਂ। ਤੇ ਜਵਾਬ 328 ਰੁਪਏ ਦਾ ਹਿਸਾਬ ਕਿਹਦੇ ਕੋਲ ਮੰਗਿਆ ਸੀ? ਅਸੀਂ ਆਪਣੀ ਸਰਮੌਰ ਸੰਸਥਾ ਦੇ ਕੋਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ, ਕਿਉਂਕਿ ਉਹਨਾਂ ਨੇ ਪ੍ਰਬੰਧਾਂ ਦੇ ਵਿੱਚ ਘਾਟਾਂ ਸੀਗੀਆਂ। ਅਸੀਂ ਜਾ ਕੇ ਪੁੱਛਿਆ, ਸਾਨੂੰ ਉਹਨਾਂ ਨੇ ਡਾਂਗਾ ਮਾਰੀਆਂ। ਫਿਰ ਕੀ ਹੋ ਗਿਆ ਡਾਂਗਾ ਮਾਰੀਆਂ ਤੇ? ਪੁੱਛਿਆ ਤਾਂ ਹੈ ਨਾ ਜਾ ਕੇ, ਤੇਰੇ ਨੂੰ ਘਰੇ ਤਾਂ ਨਹੀਂ ਬੈਠੇ ਵੀਡੀਓ ਪਾਈ ਜਾਂਦੇ। ਜਾ ਕੇ ਉਹਨਾਂ ਦੇ ਬਾਰ ਮੂਹਰੇ ਖੜ ਕੇ ਸਵਾਲ ਕੀਤਾ। ਜੇ ਉਹਨਾਂ ਨੇ ਡਾਂਗਾ ਮਾਰੀਆਂ, ਉਹਨਾਂ ਦੀ ਮਾਨਸਿਕਤਾ ਸੰਗਤ ਸਾਹਮਣੇ ਆਈ, ਉਹਨਾਂ ਦੀ ਹੀ ਥੂਥ ਹੋਈ। ਸਾਡਾ ਕੀ ਵਿਗੜਿਆ? ਸਾਨੂੰ ਕਿਸੇ ਨੇ ਕੀ ਕਿਹਾ ਵੀ ਕਿਉਂ ਕੁੱਟ ਖਾ ਕੇ ਆਏ ਹੋ? ਸਾਡੀ ਸਾਰਿਆਂ ਨੇ ਸਗੋਂ ਤਾਰੀਫ ਕੀਤੀ ਵੀ ਭਾਈ ਭਾਵੇਂ ਕੋਟੀ ਖਾ ਕੇ ਆਏ ਹੋ, ਪਰ ਤੁਸੀਂ ਸਵਾਲ ਤਾਂ ਕੀਤਾ। ਭਾਵੇਂ ਸਾਡੇ ਸਿੰਘਾਂ ਨੇ ਆਪਣੀਆਂ ਲੱਤਾਂ ਬਾਹਾਂ ਤਲਾਈਆਂ ਨੇ, ਭਾਵੇਂ ਪਰਚੇ ਕਰਾਏ ਨੇ, ਪਰ ਸਵਾਲ ਤਾਂ ਕੀਤਾ ਨਾ ਜਾ ਕੇ। ਗਲਤ ਨੂੰ ਗਲਤ ਤਾਂ ਕਿਹਾ। ਇਹ ਥੋੜੀ ਵੀ ਤੇਰੇ ਨੂੰ ਘਰੇ ਬੈਠੇ ਰਹੇ। ਉਹ ਸਿੰਜਾਂ ਨਾਲ ਖੂਨ ਤਾਂ ਨਹੀਂ ਕੱਢ ਕੇ ਦੇ ਗਿਆ ਇਹ ਵੀ ਸਾਨੂੰ ਪਤਾ ਲੱਗਾ ਵੀ 328 ਸਰੂਪ ਮਾਰੇ ਦੇ ਇਹਨਾਂ ਨੇ ਵੇਚਤੇ ਨੇ। ਅਸੀਂ ਕੀ ਕੀਤਾ? ਅਸੀਂ ਸਿੰਜਾਂ ਨਾਲ ਖੂਨ ਕੱਢ ਕੇ ਦੇ ਆਏ, ਹਨਾ? ਇਹ ਕਰ ਆਉਂਦੇ। ਅਸੀਂ ਜਾ ਕੇ ਸਵਾਲ ਕੀਤਾ। ਜਿੰਨੇ ਸਿੰਘ ਸੀਗੇ ਚੜ੍ਹਦੀ ਕਲਾ ਵਾਲੇ ਭੈਣ ਭਰਾ, ਸਾਰੇ ਜਾ ਕੇ ਡਟ ਕੇ ਉੱਥੇ ਬੈਠੇ ਰਹੇ। ਸਵਾਲ ਕੀਤਾ ਉਹਨਾਂ ਨੂੰ, ਜੀ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ। ਉਹਨਾਂ ਨੇ ਵੇਖਿਆ ਵੀ ਅਸੀਂ ਫਸਦੇ ਹਾਂ, ਸਾਨੂੰ ਸਾਡੀ ਬਦਨਾਮੀ ਹੁੰਦੀ ਆ। ਉਹਨਾਂ ਡਾਂਗਾ ਕੁੱਟ ਲਿਆ। ਤੇ ਫਿਰ ਕੀ ਹੋ ਗਿਆ? ਫਿਰ ਕਿਹੜਾ ਮੁੱਦਾ ਖਤਮ ਹੋ ਗਿਆ? ਉਹ ਫਿਰ ਕਿਹੜਾ ਉਹ ਜਿਹੜਾ ਸਵਾਲ ਸੀ ਉਹ ਹੁਣ ਹਟ ਗਿਆ? ਸਵਾਲ ਤਾਂ ਹੁਣ ਵੀ ਹੁੰਦਾ।
ਮੋਰਚਾ ਤਾਂ ਹੁਣ ਵੀ ਲੱਗਾ, ਵਡਾਲਾ ਸਾਹਿਬ ਬੈਠੇ ਹੋਏ ਨੇ ਲਾ ਕੇ, ਮੋਰਚਾ ਚੱਲ ਰਿਹਾ ਵਾ। ਜਿਹਦੇ ਹਿੱਸੇ ਜਿੰਨੀ ਸੇਵਾ ਆਈ ਉਹ ਕਰੀ ਜਾਂਦੇ ਨੇ, ਸਾਡੇ ਹਿੱਸੇ ਜਿੰਨੀ ਆਈ ਅਸੀਂ ਕਰ ਲਈ। ਹੁਣ ਭਾਈ ਵਡਾਲਾ ਜੀ ਦੇ ਹਿੱਸੇ ਸੇਵਾ ਆਈ ਉਹ ਕਰੀ ਜਾਂਦੇ ਨੇ। ਆਖਰੀ ਗੱਲ, ਨੇਕੀ ਬਾਰੇ ਆਪਣਾ ਸਟੈਂਡ ਸਪਸ਼ਟ ਕਰ। ਹਰਨੇਕ ਨੇਕੀ ਜੋ ਬਕਵਾਸ ਕਰਦਾ, ਢੱਡਰੀਆਂ ਵਾਲਾ ਕਹਿੰਦਾ ਕਿ ਮੈਂ ਉਹਨੂੰ ਸੁਣਦਾ, ਮੈਨੂੰ ਚੰਗੀਆਂ ਲੱਗਦੀਆਂ ਉਹਦੀਆਂ ਗੱਲਾਂ, ਇੱਦਾਂ ਕਹਿੰਦਾ ਸੀ ਨਾ। ਤੇ ਜੇ ਤੂੰ ਉਹਨੂੰ ਸੁਣਦਾ ਵਾ ਤੇ ਤੈਨੂੰ ਚੰਗੀਆਂ ਲੱਗਦੀਆਂ ਉਹਦੀਆਂ ਗੱਲਾਂ, ਤੇ ਇਹ ਗੱਲ ਦੱਸ ਵੀ ਢੱਡਰੀਆਂ ਵਾਲੇ ਜੀ, ਰਣਜੀਤ ਸਿੰਘ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ, ਵੀਰ ਜੀ, ਫਿਰ ਨੇਕੀ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਨੇਕੀ ਜੋ ਕੂੜ ਪ੍ਰਚਾਰ ਕਰਦਾ, ਕੀ ਤੁਸੀਂ ਉਹਦੇ ਨਾਲ ਸਹਿਮਤ ਹੋ? ਅਜੀਤ ਸਿੰਘ ਪੁੱਛੀ ਮਾੜਾ ਰਣਜੀਤ ਸਿੰਘ ਨੂੰ, ਕਿਸੇ ਦਿਨ ਜਾਏਗਾ ਉੱਥੇ ਮਿਲੇਗਾ ਆਪਣੇ ਭਰਾ ਨੂੰ, ਉਹਨੂੰ ਕਿ ਵੀਰ ਜੀ ਨੇਕੀ ਬਾਰੇ ਸਟੈਂਡ ਸਪਸ਼ਟ ਕਰੋ। ਸੱਚਮੁੱਚ ਜੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ ਨਾ ਤੂੰ ਅਜੀਤ ਕਾਕਾ, ਤੈਨੂੰ ਗੱਲ ਕਰੀ ਨਾ, ਤੂੰ ਵੇਖ ਰਿਹਾ ਨਾ, ਕਿਉਂਕਿ ਮਿਰਚਾਂ ਲੜਦੀਆਂ ਤੈਨੂੰ ਬਹੁਤ ਜ਼ਿਆਦਾ। ਇੱਕ ਇੱਥੇ ਹੋਰ ਸੀਗਾ, ਉਹ ਵੀ ਸੁਣਦਾ ਸੀਗਾ ਜਿਹੜਾ ਕਮੈਂਟ ਕਰ ਰਿਹਾ, ਉਹਨੂੰ ਵੀ ਮੈਂ ਬੇਨਤੀ ਕਰਦਾ, ਕੁਲਦੀਪ ਤੂੰ ਵੀ ਮਾੜਾ ਜਿਹਾ ਕੁਲਦੀਪ ਸਿੰਘ ਪੁੱਛੀ ਵੀ ਨੇਕੀ ਦੇ ਨਾਲ ਕੀ ਰਿਲੇਸ਼ਨ ਆ ਤੇਰੀ? ਨੇਕੀ ਦੇ ਵੱਲੋਂ ਮਾਰੀਆਂ ਜਾਂਦੀਆਂ ਚਵਲਾਂ ਦਾ ਕੀ ਤੂੰ ਉਹਨੂੰ ਡਿਫੈਂਡ ਕਰਦਾ ਕਿ ਜਾਂ ਉਹਨੂੰ ਇਹ ਕਹਿਣਾ ਵਾ ਵੀ ਨੇਕੀ ਗਲਤ ਕਰਦਾ? ਠੀਕ ਹੈ ਨਾ। ਇਸ ਕਰਕੇ ਜਿਹੜਾ ਆ ਇੱਥੇ ਬੋਲਦੇ ਆ ਨਾ, ਅਕਾਲੀ ਤੇਰਾ ਕੀ ਲੱਗਦਾ ਬੋਲ, ਹਾਂ ਉਹ ਤਾਂ ਉਧਰ ਦਾ ਪਤਾ ਨਾ ਕੀ ਕਹਿੰਦਾ ਸੀ ਫੋਨ ਤੇ, ਮੈਂ ਨਾ ਭਾਈ ਸਾਹਿਬ ਤੁਹਾਨੂੰ ਹੁਣੇ ਫੋਨ ਕਰਦਾ, ਤੈਨੂੰ ਉਧਰ ਵੀ ਕਿਹਾ ਸੀ ਜ਼ਬਾਨ ਸਹੀ ਰੱਖੀ ਆਪਣੀ। ਨੇਕੀ ਨੇ ਸ਼ਹੀਦਾਂ ਸਿੰਘਾਂ ਦੇ ਖਿਲਾਫ ਬੋਲਿਆ, ਬਾਬਾ ਦੀਪ ਸਿੰਘ ਬਿਲਕੁਲ, ਜਗਪ੍ਰੀਤ ਭੈਣ ਜੀ ਬਿਲਕੁਲ, ਭਾਈ ਮਨੀ ਸਿੰਘ ਵਿਰੁੱਧ ਬੋਲਿਆ, ਸਿੱਖ ਇਤਿਹਾਸ ਦੇ ਵਿਰੁੱਧ ਬੋਲਿਆ, ਗੁਰੂ ਸਾਹਿਬਾਨਾਂ ਦੇ ਵਿਰੁੱਧ ਬੋਲਿਆ, ਹੈ ਨਾ, ਸਿੱਖ ਸੰਪਰਦਾ ਵਿਰੁੱਧ ਬੋਲਿਆ, ਤੇ ਤੇਰੇ ਮੂੰਹ ਚੋਂ ਇੱਕ ਵਾਰੀ ਨਹੀਂ ਫੁੱਟਿਆ, ਮੈਂ ਤੇਰੇ ਦੀਵਾਨਾਂ ਨੂੰ ਖਾੜੇ ਗਿਆ, ਤੈਨੂੰ ਮਿਰਚਾਂ ਲੱਗ ਗਈਆਂ, ਤੇ ਉਹ ਨੇਕੀ ਨੇ ਕੀ ਨਹੀਂ ਬੋਲਿਆ ਸਿੱਖ ਇਤਿਹਾਸ, ਗੁਰੂ ਸਾਹਿਬਾਨਾਂ ਦੇ, ਸ਼ਹੀਦਾਂ ਦੇ ਬਾਰੇ, ਤੇਰੇ ਮੂੰਹ ਚੋਂ ਇੱਕ ਲਫ਼ਜ਼ ਨਹੀਂ ਨਿਕਲਿਆ। ਕਿਉਂ ਨਿਕਲੇ ਭਾਈ? ਵਿਚਾਰਧਾਰਾ ਜੋ ਮਿਲਦੀ ਹੋਈ, ਨੇਕੀ ਨੂੰ ਤਾਂ ਕਿਉਂ ਨਹੀਂ ਤੇਰੀ ਜ਼ਬਾਨ ਖੁੱਲਦੀ? ਚੱਲ ਜਵਾਬ ਦੇ ਉਹਦੇ ਵਾਸਤੇ। ਨੇਕੀ ਨੂੰ ਤਾਂ ਕਿਉਂ ਨਹੀਂ ਕਦੀ ਬੋਲਿਆ ਤੂੰ? ਤੇ ਜਿਹੜੇ ਆ ਇਹਦੇ ਬੰਦੇ ਫੇਕ ਆਈਡੀਆਂ ਬਣਾ ਕੇ ਮੇਰੇ ਵਿਰੁੱਧ ਮੈਨੂੰ ਗਾਲਾਂ ਕੱਢ ਲਈਆਂ, ਮੈਨੂੰ ਮੇਰੇ ਖਿਲਾਫ ਬੋਲ ਲਿਆ, ਇਹ ਯੁਰਤ ਰੱਖਦੇ ਹੋ ਨਾ, ਤੇ ਸਾਹਮਣੇ ਆ ਕੇ ਖਲੋ ਕੇ ਸਵਾਲ ਕਰੋ, ਟਾਈਮ ਰੱਖ ਲਓ, ਵਿਚਾਰ ਕਰਦੇ ਆ, ਜੋ ਫੋਨ ਕਰ ਲਓ, ਬਹਿ ਕੇ ਵਿਚਾਰ ਕਰ ਲਓ, ਲੌਜੀਕਲੀ ਤੁਹਾਡੇ ਲੌਜਿਕ ਦੇ ਹਿਸਾਬ ਨਾਲ ਹਰ ਗੱਲ ਦਾ ਜਵਾਬ ਦੇਵਾਂਗੇ। ਜਿੱਥੇ ਗਲਤ ਹੋ ਜਾਵਾਂਗੇ ਨਾ ਉੱਥੇ ਕਹਿ ਦਾਂਗੇ ਅਸੀਂ ਗਲਤ ਆ। ਹੋਰ ਦੱਸ, ਹੰਕਾਰ ਨਹੀਂ ਹੈਗਾ ਸਾਡੇ ਅੰਦਰ, ਤੇਰੇ ਵਾਂਗੂ ਹੰਕਾਰ ਹੀ ਨਹੀਂ ਹੋਏ ਅਸੀਂ। ਜਿਹੜੀ ਮੈਂ ਤੇਰੇ ਅੰਦਰ ਆਈ ਹੋਈ ਹੈ ਨਾ, ਇਹਨੂੰ ਕੱਢਣਾ ਪੈਣਾ ਰਣਜੀਤ ਸਿੰਘ। ਇਹ ਮੈਂ ਵੱਡੇ ਇੱਥੇ ਮੈਂ ਕਰਦੇ ਚਲੇ ਗਏ, ਇਹ ਮੈਂ ਨਹੀਂ ਖੜਨੀ ਪੰਥ ਦੇ ਅੱਗੇ, ਇਹ ਮੈਂ ਨਹੀਂ ਖੜਨੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਇਹ ਸ਼ਹੀਦਾਂ ਸਿੰਘਾਂ ਦੇ ਅੱਗੇ ਤੇਰੀ ਮੈਂ ਨਹੀਂ ਆਣਨੀ। ਇਸ ਕਰਕੇ ਜਿਹੜੇ ਕਹਿੰਦੇ ਵੀ ਉਹਨੂੰ ਕਿਉਂ ਨਹੀਂ ਪੁੱਛਦਾ, ਅਸੀਂ ਤਾਂ ਜਿੰਨੇ ਜੋਗੇ ਆ ਕਾਕਾ ਪੁੱਛ ਰਹੇ ਹਾਂ, ਅਸੀਂ ਤਾਂ ਜਿੰਨੇ ਜੋਗੇ ਆ ਪੁੱਛ ਰਹੇ ਹਾਂ, ਤੇ ਪੁੱਛਾਂਗੇ ਵੀ ਜਿੰਨੇ ਜੋਗੇ ਹੋਵਾਂਗੇ। ਪਰ ਤੂੰ ਨੇਕੀ ਨੂੰ ਕਦੋਂ ਪੁੱਛਣਾ ਰਣਜੀਤ ਸਿੰਘ? ਤੂੰ ਨੇਕੀ ਨੂੰ ਕਦੋਂ ਸਵਾਲ ਕਰਨਾ ਵਾ? ਤੂੰ ਨੇਕੀ ਨੂੰ ਕਦੋਂ ਇਹ ਗੱਲ ਕਹਿਣੀ ਆ ਵੀ ਤੂੰ ਗੁਰੂ ਗ੍ਰੰਥ ਸਾਹਿਬ ਸਿਧਾਂਤਾਂ ਦੇ, ਮਰਿਆਦਾ ਦੇ, ਸ਼ਹੀਦਾਂ ਸਿੰਘਾਂ ਦੇ, ਗੁਰੂ ਸਾਹਿਬਾਨਾਂ ਦੇ ਉਲਟ ਕਿਉਂ ਬੋਲਦਾ? ਤੂੰ ਸਵਾਲ ਕਿੱਦਣ ਕਰੇਗਾ ਭਾਈ ਰਣਜੀਤ ਸਿੰਘ ਜੀ? ਤੁਸੀਂ ਕਿੱਦਣ ਸਵਾਲ ਕਰੋਗੇ ਨੇਕੀ ਨੂੰ? ਸੋ ਮੇਰੀ ਬੇਨਤੀ ਆ, ਇਹ ਜਿਹੜੀਆਂ ਗੱਲਾਂ ਨੇ ਇਹ ਬੜੀਆਂ ਮਿਰਚਾਂ ਲੱਗਣੀਆਂ ਨੇ ਕਈਆਂ ਨੂੰ, ਪਰ ਗੱਲ ਇਹ ਆ ਵੀ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਉਲਝੀਏ ਕਿਸੇ ਨਾਲ ਵੀ, ਅਸੀਂ ਨਹੀਂ ਚਾਹੁੰਦੇ ਨਾ। ਮੈਨੂੰ ਮੈਨੂੰ ਬੋਲੇ ਗਏ ਲਫ਼ਜ਼ਾਂ ਦਾ ਕੋਈ ਦੁੱਖ ਆ, ਮੈਨੂੰ ਤੁਸੀਂ 100 ਗਾਲਾਂ ਕੱਢ ਲਓ, ਆ ਫੇਕ ਆਈਡੀਆਂ ਬਣਾ ਕੇ ਤਾਂ ਕਢਾਉਣੇ ਹੋ ਨਾ, ਕਿੰਨਾ ਕੁਛ ਕਰਾਉਣੇ ਹੋ, ਕਿੰਨੀਆਂ ਪੋਸਟ ਐਡਿਟ ਕਰਵਾਈਆਂ, ਕਿੰਨਾ ਕੁਛ ਕਰਾਇਆ, ਮੇਰੀਆਂ ਫੋਟੋਆਂ ਐਡਿਟ ਕਰਾਈਆਂ, ਹੈ ਨਾ, ਮੇਰੇ ਬੱਚੇ ਦੀਆਂ ਫੋਟੋਆਂ, ਧੀ ਦੀਆਂ ਫੋਟੋਆਂ ਐਡਿਟ ਕਰਨ ਵਾਸਤੇ ਮੰਗਦੇ ਰਹੇ ਤੁਹਾਡੇ ਬੰਦੇ, ਹੈ ਨਾ। ਆ ਜੰਟੇ ਵਰਗੇ ਕੁੱਤੇ ਬਾਹਰ ਭੌਂਕਦੇ ਨੇ, ਰੋਜ਼ ਫੋਨ ਕਰਕੇ ਗਾਲਾਂ ਕੱਢ ਲੈਂਦੇ ਨੇ, ਮੇਰੇ ਕੋਲ ਰਿਕਾਰਡਿੰਗਾਂ ਪਈਆਂ ਨੇ, ਉਹਦੇ ਨਾਲ ਕੀ ਹੋ ਜਾਊਗਾ?
ਉਹਦੇ ਨਾਲ ਮੈਂ ਚੁੱਪ ਕਰ ਜੂੰਗਾ, ਉਹਦੇ ਨਾਲ ਮੈਂ ਸਵਾਲ ਕਰਨਾ ਬੰਦ ਕਰ ਦੂੰਗਾ? ਬਿਲਕੁਲ ਨਹੀਂ। ਇਸ ਕਰਕੇ ਡਿਜੀਟਲ ਮੰਗਤੇ ਜੇ ਤੁਸੀਂ ਤੇ ਕਹਿੰਦੇ ਹੋ ਪੁਜਾਰੀਵਾਦ ਆਪ ਦੀ 10-10 ਰੁਪਏ ਦੇ ਪੇਟੀਐਮ ਮੰਗਦੇ ਫਿਰਦੇ ਹੋ ਤੇ ਗੱਲਾਂ ਕਰਦੇ ਹੋ ਤੁਸੀਂ ਗੋਲਕਾਂ ਦੇ ਬਾਰੇ, ਗੁਰੂ ਦੀ ਗੋਲਕ ਬਾਰੇ। ਇਸ ਕਰਕੇ ਅਕਲ ਨੂੰ ਹੱਥ ਮਾਰੀਦਾ ਹੁੰਦਾ ਵਾ। ਗੱਲ ਉਹ ਕਰਦੀ ਹੁੰਦੀ ਆ ਜੇ ਤੇ ਖੁਦ ਪੂਰੇ ਉਤਰਦੇ ਹੋਈਏ। ਜੇ ਪੂਰਾ ਉਤਰਦਾ ਵਾ ਤੇ ਫਿਰ ਭਾਊ ਚੱਲ ਐਲਾਨ ਕਰ ਵੀ ਤੂੰ ਹਰੇਕ ਨੇਕੀ ਦਾ ਵਿਰੋਧ ਕਰਦਾ, ਠੋਕ ਕੇ ਕਹਿ ਨੇਕੀ ਗਲਤ ਆ, ਕਹਿ ਨੇਕੀ ਨੇ ਜੋ ਬਕਵਾਸ ਕੀਤੀ ਉਹ ਸਾਰੀ ਚਵਲਾ ਮਾਰੀਆਂ ਉਹਨੇ ਤੇ ਰਣਜੀਤ ਸਿੰਘ ਢੱਡੀਆਂ ਦਾ ਵਿਰੋਧ ਕਰਦਾ। ਦੂਜਾ ਪੁਜਾਰੀਵਾਦ ਦੀ ਗੱਲ ਵੀ ਤੂੰ ਕਹਿੰਦਾ ਅਖੰਡ ਪਾਠ ਸਾਹਿਬ ਕਰਾਉਂਦੇ ਨੇ, ਇਹ ਕਰਦੇ ਨੇ, ਉਹ ਕਰਦੇ ਨੇ, ਫਿਰ ਕਹਿ ਰਣਜੀਤ ਸਿੰਘ ਢੱਡੀਆਂ ਵਾਲਾ ਅੱਜ ਤੋਂ ਬਾਅਦ ਗੋਲਕ ਚੱਕ ਦੂਗਾ ਤੇ ਰਣਜੀਤ ਸਿੰਘ ਢੱਡੀਆਂ ਵਾਲਾ ਕਿਸੇ ਸੰਗਤ ਦੇ ਜੀ ਕੋਲੋਂ ਰੁਪਈਆ ਨਹੀਂ ਲਊਗਾ, ਕਿਸੇ ਕੋਲੋਂ ਰੁਪਈਆ ਨਹੀਂ ਲਊਗਾ। ਰਣਜੀਤ ਸਿੰਘ ਢੱਡੀਆਂ ਵਾਲਾ ਆਪਣੀ ਜੇਬ ਚੋਂ ਖਰਚਾ ਕਰੂ ਸਾਰਾ, ਫਿਰ ਪਤਾ ਲੱਗੇ ਵੀ ਤੂੰ ਵੱਖਰਾ ਕੁਛ ਕਰਦਾ। ਇਸ ਕਰਕੇ ਗੱਲਾਂ ਕਰ ਦੇਣੀਆਂ ਬੜੀਆਂ ਸੌਖੀਆਂ ਨੇ ਤੇ ਇਹ ਸੰਸਥਾਵਾਂ ਚਲਾਉਣ ਵਾਸਤੇ ਸੰਗਤ ਦੇ ਸਹਿਯੋਗ ਹੀ ਲੈਣੇ ਪੈਂਦੇ ਹੁੰਦੇ ਨੇ। ਸੰਸਥਾਵਾਂ ਸੰਗਤ ਦੇ ਸਹਿਯੋਗ ਹੀ ਲੈਂਦੀਆਂ ਹੁੰਦੀਆਂ ਨੇ। ਸੰਸਥਾਵਾਂ ਇੱਦਾਂ ਹੀ ਚੱਲਦੀਆਂ ਹੁੰਦੀਆਂ ਨਹੀਂ। ਮੈਨੂੰ ਲੱਗਦਾ ਤੈਨੂੰ ਸੰਸਥਾ ਦੇ ਬਾਰੇ ਪਤਾ ਹੀ ਕੁਛ ਨਹੀਂ, ਤੈਨੂੰ ਜਥੇਬੰਦੀਆਂ ਦਲ ਪੰਥਾਂ ਦੇ ਬਾਰੇ ਪਤਾ ਹੀ ਕੱਖ ਨਹੀਂ। ਇਸ ਕਰਕੇ ਜੋ ਤਾਂ ਜੀ ਕਰਦਾ ਉੱਥੇ ਬੋਲੀ ਜਾਂਦਾ। ਬੋਲਣ ਦਾ ਕਾਰਨ ਮੈਂ ਤੁਹਾਨੂੰ ਦੱਸਦਾ ਵੀ ਸਿਰਫ ਇਸ ਕਰਕੇ ਬੋਲਦਾ ਵਾਂ, ਵਾਦ ਗੱਲਾਂ ਇਸ ਕਰਕੇ ਕਰਦਾ ਵਾਂ ਵੀ ਲੋਕ ਮੈਨੂੰ ਸੁਣਨ, ਠੀਕ ਆ, ਲੋਕਾਂ ਨੂੰ ਲੱਗੇ ਵੀ ਇਹ ਕੁਛ ਵੱਖਰਾ ਕਰ ਰਿਹਾ ਵਾ, ਪਰ ਲੋਕ ਸਿਰਫ ਹੱਸਦੇ ਨੇ ਤੇਰੀਆਂ ਗੱਲਾਂ ਦੇ ਉੱਤੇ। ਸਿਆਣਾ ਬੰਦਾ ਤੇਰੀ ਗੱਲ ਤੇ ਅਸਰ ਨਹੀਂ ਕਰਦਾ, ਤੇਰੀ ਗੱਲ ਤੇ ਅਸਰ ਕਰੂ ਮੂਰਖ, ਜਿਹੜਾ ਆਪਣੇ ਗੁਰੂ ਤੋਂ ਬੇਮੁਖ ਹੋ ਜਾਊਗਾ। ਤੇ ਗੁਰੂ ਸਾਹਿਬ ਨੇ ਫਰਮਾਨ ਕੀਤਾ ਵਾ, ਮੈਂ ਗੁਰਬਾਣੀ ਦੀ ਫਿਰ ਪੰਕਤੀ ਵੀ ਉੱਥੇ ਬੋਲਣੀ, ਮੈਂ ਬੋਲਣ ਲੱਗਾ ਸੀ ਪਰ ਮੈਂ ਬੋਲਣੀ ਨਹੀਂ। ਤੇ ਗੁਰੂ ਸਾਹਿਬ ਨੇ ਜਿਹੜਾ ਬੇਮੁਖ ਹੋ ਜਾਂਦਾ ਨਾ ਉਹਦੇ ਬਾਰੇ ਬੜਾ ਸਪਸ਼ਟ ਕੀਤਾ ਵਾ, ਉਹ ਵੀ ਤੁਹਾਨੂੰ ਪਤਾ ਕੀ ਕਿਹਾ ਮਹਾਰਾਜ ਨੇ। ਇਸ ਕਰਕੇ ਬੇਨਤੀ ਆ ਨੌਜਵਾਨਾਂ ਨੂੰ, ਖਾਸ ਕਰਕੇ ਬੱਚਿਆਂ ਨੂੰ, ਇਹ ਜਿਹੜੇ ਢੇਡੀਆਂ ਵਾਲਾ 24 ਘੰਟੇ ਉੱਥੇ ਬਹਿ ਕੇ ਮਿਹਣੇ ਮਾਰੀ ਜਾਂਦਾ, ਮਿਹਣੇ ਮਾਰੀ ਜਾਂਦਾ, ਇਹਨੂੰ ਕਹੇ ਵੀ ਮਿਹਣੇ ਨਾ ਮਾਰਿਆ ਕਰੇ, ਕੁਛ ਵੱਖਰਾ ਜੇ ਕਰਦਾ ਤੇ ਸਪਸ਼ਟ ਕਰੇ ਜਿਹੜੀਆਂ ਗੱਲਾਂ ਦਾ ਮੈਂ ਇਹਨੂੰ ਸਵਾਲ ਕੀਤੇ ਆ ਇਹ ਜਵਾਬ ਦੇਵੇ। ਇਹਨਾਂ ਗੱਲਾਂ ਦਾ ਜਵਾਬ ਚਾਹੀਦਾ। ਅਸੀਂ ਤੇ ਭਾਈ ਸਵਾਲ ਕਰੀ ਜਾਣਾ ਜਿੰਨ ਚਿਰ ਸਾਨੂੰ ਜਵਾਬ ਨਹੀਂ ਦਿੰਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਣ ਸਾਰਿਆਂ ਨੂੰ। ਜਿਹੜੀ ਨੌਜਵਾਨ ਬੱਚੇ ਬੱਚੀਆਂ ਭੈਣ ਭਰਾ ਇਹਨੂੰ ਸੁਣਦੇ ਹੋ, ਇਹਦੀ ਟੈਕਨੋਲੋਜੀ ਨੂੰ ਅਡੋਪਟ ਕਰਦੇ ਹੋ, ਨਾ ਕਰੋ। ਇਹ ਤੁਹਾਡਾ ਘਾਣ ਕਰ ਰਿਹਾ, ਇਹ ਨਸਲਕੁਸ਼ੀ ਕਰ ਰਿਹਾ, ਤੁਹਾਡੀ ਮਾਨਸਿਕ ਨਸਲਕੁਸ਼ੀ। ਸਰੀਰਕ ਨਸਲਕੁਸ਼ੀ ਨਾਲੋਂ ਮਾਨਸਿਕ ਨਸਲਕੁਸ਼ੀ ਜ਼ਿਆਦਾ ਘਾਤਕ ਹੁੰਦੀ ਆ ਤੇ ਤੁਹਾਡੀ ਇਹ ਮਾਨਸਿਕ ਨਸਲਕੁਸ਼ੀ ਕਰ ਰਿਹਾ, ਤੁਹਾਨੂੰ ਸਿੱਖੀ ਨਾਲੋਂ ਬੇਮੁਖ ਕਰ ਰਿਹਾ, ਤੁਹਾਨੂੰ ਗੁਰੂ ਨਾਲੋਂ ਬੇਮੁਖ ਕਰ ਰਿਹਾ। ਤੇ ਆ ਜਿਹੜੇ ਫੇਕ ਆਈਡੀਆਂ ਬਣਾ ਕੇ ਬਕਵਾਸ ਕਰਦੇ ਹੋ, ਤੁਹਾਡੇ ਬਕਵਾਸ ਕਰਨ ਦੇ ਨਾਲ ਕੁਛ ਨਹੀਂ ਹੋਣਾ। 20 ਆਏ ਤੇ 20 ਆਉਣਗੇ, 20 ਤੁਸੀਂ ਆਈਡੀਆਂ ਬਣਾ ਕੇ ਬੋਲੋਗੇ, ਕੋਈ ਫਰਕ ਨਹੀਂ ਪੈਣਾ। ਸਾਡੇ ਕੋਲ ਆਪਸ਼ਨ ਹੈਗੀ, ਅਸੀਂ ਤਾਂ ਮੈਂ ਬੈਸਣਾ ਨਹੀਂ ਭਾਈ, ਸਾਡੇ ਕੋਲ ਇਹਦਾ ਦਿਮਾਗ ਨਹੀਂ ਹੈਗਾ ਤੁਹਾਡਾ ਮੱਥਾ ਮਾਰੀ ਜਾਈਏ। ਅਸੀਂ ਤਾਂ ਬਲੌਕ ਕਰ ਦਿਆਂਗੇ, ਫਿਰ ਨਵੀਂ ਆਈਡੀ ਬਣਾ ਕੇ ਆਇਓ, ਫਿਰ ਬਲੌਕ ਕਰ ਦਿਆਂਗੇ, ਪਰ ਅਸੀਂ ਤੁਹਾਨੂੰ ਜਵਾਬ ਨਹੀਂ ਦੇਣਾ, ਕਿਉਂਕਿ ਤੁਸੀਂ ਕੌਣ ਹੋ? ਸਾਡੇ ਵਾਸਤੇ ਰਜਿਸਟਰੀ ਨਹੀਂ ਕਰਦੇ ਤੁਸੀਂ ਸਾਡੇ ਵਾਸਤੇ ਰਜਿਸਟਰੀ ਨਹੀਂ ਕਰਦੇ। ਕੌਣ ਹੋ ਤੁਸੀਂ? ਜਿਹੜਾ ਬੰਦਾ ਆਇਲੀ ਯੂਰਤ ਨਹੀਂ ਰੱਖਦਾ ਵੀ ਸਾਹਮਣੇ ਖਲੋ ਕੇ ਆ ਕੇ ਗੱਲ ਕਰ ਸਕੇ, ਸਾਹਮਣੇ ਖੜ ਕੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕੇ, ਉਸ ਬੰਦੇ ਨੂੰ ਤੁਸੀਂ ਕੀ ਸਮਝਦੇ ਹੋ ਵੀ ਉਹ ਬੰਦਾ ਕੋਈ ਲਾਇਕ ਹੋਵੇ ਉਹਦੇ ਜਵਾਬ ਦਈਏ? ਗੁਰਬਾਣੀ ਦੀ ਕਥਾ ਕਰਿਆ ਕਰੋ ਰਣਜੀਤ ਸਿੰਘ ਜੀ। ਗੁਰਬਾਣੀ ਦੀ ਗੁਰਮਤ ਦੀ ਗੱਲ ਤੁਸੀਂ ਕਰਦੇ ਹੋ ਨਾ ਵੀ ਕਹਿੰਦਾ ਕਾਲੀ ਵੀ ਕੋਈ ਗਿਆਨ ਦੀ ਗੱਲ, ਬਿਲਕੁਲ ਜਿੱਦਣ ਗਿਆਨ ਦੀ ਗੱਲ ਕਰਾਂਗਾ ਮੈਂ ਖੁਦ ਕਹੂੰਗਾ ਵੀ ਅੱਜ ਰਣਜੀਤ ਸਿੰਘ ਨੇ ਕਥਾ ਕੀਤੀ ਗੁਰਬਾਣੀ ਦੀ, ਗੁਰਮਤ ਦੀ। ਜਪਜੀ ਸਾਹਿਬ ਦੀ ਕਥਾ ਕਰ, ਮੈਨੂੰ ਕੋਈ ਲੱਭ ਕੇ ਦਿਓ ਯਾਰ, ਇਹਦੀ ਕੋਈ ਨਾਲੇ ਮੈਂ ਸੁਣਨੀ ਆ। ਮੇਰੀ ਬੇਨਤੀ ਹੈ ਸਾਰੇ ਭੈਣਾਂ ਭਰਾਵਾਂ ਨੂੰ, ਰਣਜੀਤ ਸਿੰਘ ਢੱਡੀਆਂ ਵਾਲੀ ਨਾ ਮੈਨੂੰ ਕੋਈ ਭੇਜਿਓ, ਕੋਈ YouTube ਤੋਂ ਕੋਈ CD ਸੂੜੀ ਜੇ ਚੰਨੇ ਜਪਜੀ ਸਾਹਿਬ ਜੀ ਸਾਰੀ ਜਿਹੜੀ ਕਥਾ ਕੀਤੀ ਅਰਥਾਂ ਸਮੇਤ ਮੈਂ ਸੁਣਨੀ ਚਾਹੁੰਦਾ ਸੀ। ਅੱਜ ਜਾਪ ਸਾਹਿਬ ਦੀ ਇਹਨੇ ਕਥਾ ਕੀਤੀ ਕਹਿੰਦੇ ਇੱਕ, ਉਹ ਵੀ ਭੇਜਿਓ, ਮੈਂ ਸੁਣਨੀ ਆ। ਸੋ ਗੁਰੂ ਭਲਾ ਕਰੇ, ਸਮੱਤ ਬਖਸ਼ੇ। ਇਹਨੂੰ ਅਰਦਾਸ ਕਰਦੇ ਹਾਂ ਕਿ ਮਹਾਰਾਜ ਇਹਨੂੰ ਅਕਲ ਦੇਵੇ ਤੇ ਇਹ ਬੇਮੁਖ ਹੋਇਆ ਨਾ ਜਿਹੜਾ ਗੁਰੂ ਤੋਂ ਵਾਪਸ ਮੁੜ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।